ਦੋਸਤੋ ਰਾਜਨੀਤੀ ਦਾ ਸਹਾਰਾ ਲੈ ਕੇ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਕਾਨੂੰਨ ਘੜ ਦਿੱਤੇ ਜਾਂਦੇ ਆ, ਬਹੁਤ ਸਾਰੇ ਨਿਯਮ ਬਣਾ ਦਿੱਤੇ ਜਾਂਦੇ ਆ ਔਰ ਰਾਜਨੀਤੀ ਇਹ ਪ੍ਰਚਾਰ ਦੀ ਆ ਕਿ ਇਹ ਜਿਹੜੇ ਕਾਨੂੰਨ ਨੇ ਇਹ ਜਨਤਾ ਦੇ ਪੱਖ ਦੇ ਨੇ ਔਰ ਜਨਤਾ ਵੀ ਬੜੀ ਆਸਾਨੀ ਦੇ ਨਾਲ ਇਹ ਸੱਚਾਈ ਮੰਨ ਵੀ ਲੈਂਦੀ ਹੈ ਕਿ ਇਹ ਜਿਹੜੇ ਕਾਨੂੰਨ ਬਣਾਏ ਆ, ਇਹ ਜਿਹੜੇ ਨਿਯਮ ਬਣਾਏ ਆ, ਇਹ ਬਿਲਕੁਲ ਸਹੀ ਨੇ ਔਰ ਇਦਾਂ ਹੀ ਹੋਣੇ ਚਾਹੀਦੇ ਆ। ਪਰ ਜਨਤਾ ਦਾ ਬਹੁਤ ਥੋੜਾ ਹਿੱਸਾ ਹੁੰਦਾ ਹੈ ਜਿਹੜਾ ਉਸ ਨਿਯਮਾਂ ਨੂੰ ਖੰਗਾਲਦਾ ਹੈ, ਉਹਨਾਂ ਦੇ ਵਿੱਚੋਂ ਖਾਮੀਆਂ ਲੱਭ ਲੈਂਦਾ ਹੈ ਤੇ ਉਸ ਤੋਂ ਵੀ ਘੱਟ ਹਿੱਸਾ ਜਨਤਾ ਦਾ ਉਹ ਹੁੰਦਾ ਹੈ ਜਿਹੜਾ ਉਹਨਾਂ ਖਾਮੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰ ਲੈਂਦਾ। ਹਾਲ ਹੀ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਲੋਕਡਾਊਨ ਵਰਗੇ ਅਸਾਰ ਦੁਬਾਰਾ ਪੈਦਾ ਹੋ ਗਏ ਸੀ। ਪੰਜਾਬ ਸੂਬੇ ਦੇ ਵਿੱਚ ਵੀ ਦੁਕਾਨਾਂ ਬੰਦ ਕਰਨ ਦੀ ਨੌਬਤ ਆ ਗਈ ਸੀ ਔਰ ਦੁਕਾਨਾਂ ਬੰਦ ਕਰਵਾਈਆਂ ਵੀ ਗਈਆਂ। ਪਰ ਇਹਨਾਂ ਦੁਕਾਨਾਂ ਦੇ ਵਿੱਚ ਇੱਕ ਦੁਕਾਨ ਇਹ ਵੀ ਸੀ ਜਿਹਨੂੰ ਅਸੀਂ ਸ਼ਰਾਬ ਦਾ ਠੇਕਾ ਕਹਿੰਦੇ ਆ, ਜਿਹਨੂੰ ਇਜਾਜ਼ਤ ਹੀ ਸੀ ਕਿ ਇਹ ਖੁੱਲ੍ਹਾ ਰਹਿ ਸਕਦਾ ਹੈ, ਬਾਕੀ ਸਾਰੇ ਕਾਰੋਬਾਰ ਬੰਦ ਹੋਣੇ ਚਾਹੀਦੇ ਆ। ਸੋ ਜੇ ਨਿਯਮ ਬਣੇ ਹੈਗੇ ਆ ਤਾਂ ਸਾਰਿਆਂ ਦੇ ਲਈ ਇੱਕ ਬਰਾਬਰ ਹੋਣੇ ਚਾਹੀਦੇ ਆ। ਇਹ ਮੈਂ ਨਹੀਂ, ਇਹ ਸੁਖਦੀਪ ਸਿੰਘ ਸੁੱਖੀ ਕਹਿ ਰਹੀ ਸੀ, ਜਿਹੜੇ ਕਿ ਸਰਦਾਰ ਉਲਦੂ ਸਿੰਘ ਮਾਨਸਾ ਦੇ ਪੋਤਰੇ ਨੇ। ਅੱਜ ਸਿੰਘੂ ਬਾਰਡਰ ਦੇ ਉੱਤੇ ਪਹੁੰਚੇ ਹੋਏ ਆ ਤਾਂ ਠੇਕਿਆਂ ਦੇ ਉੱਤੇ ਜਾ ਕੇ, ਠੇਕਿਆਂ ਦੇ ਮੂਹਰੇ ਜਾ ਕੇ ਪ੍ਰਦਰਸ਼ਨ ਵੀ ਕੀਤਾ ਸੀਗਾ। ਸਰਕਾਰ ਤੋਂ ਮੰਗ ਵੀ ਕੀਤੀ ਸੀਗੀ ਕਿ ਕਾਨੂੰਨ ਤਾਂ ਸਾਰਿਆਂ ਦੇ ਲਈ ਇੱਕ ਬਰਾਬਰ ਹੋਣੇ ਚਾਹੀਦੇ ਆ। ਜੇ ਕਰੋਨਾ ਕਿਸੇ ਦੁਕਾਨ ਦੇ ਉੱਤੇ ਜਾ ਕੇ ਕਿਸੇ ਨੂੰ ਲੱਗ ਸਕਦਾ ਹੈ ਤਾਂ ਉਹ ਠੇਕੇ ਦੇ ਉੱਤੇ ਜਾ ਕੇ ਕਿਉਂ ਨਹੀਂ ਲੱਗ ਸਕਦਾ, ਕਿਉਂਕਿ ਠੇਕੇ ਉੱਤੇ ਤਾਂ ਜਾ ਕੇ ਬੋਤਲ ਵੀ ਲੈਣੀ ਹੁੰਦੀ ਹੈ ਤੇ ਬੋਤਲ ਪੀਣੀ ਵੀ ਹੁੰਦੀ ਹੈਗੀ ਆ। ਸੋ ਖੇਤੀ ਮਸਲਾ ਵੀ ਇੱਕ ਇਹੋ ਜਿਹਾ ਮਸਲਾ ਹੈਗਾ ਜਿਹਦੇ ਉੱਤੇ, ਖੇਤੀ ਦੇ ਉੱਤੇ ਬਿਨਾਂ ਕਿਸਾਨਾਂ ਦੀ ਰਾਏ ਜਾਣਿਆ ਕਾਨੂੰਨ ਬਣਾ ਦਿੱਤੇ ਗਏ ਔਰ ਇਹ ਪ੍ਰਚਾਰਿਆ ਗਿਆ ਕਿ ਇਹ ਕਾਨੂੰਨ ਬੜੇ ਕਿਸਾਨਾਂ ਦੇ ਪੱਖ ਦੇ ਨੇ, ਪਰ ਇਹਨਾਂ ਦੇ ਵਿੱਚ ਖਾਮੀਆਂ ਕਿਸਾਨਾਂ ਨੇ ਲੱਭ ਲਈਆਂ ਔਰ ਕਿਸਾਨ ਤਾਂ ਇੱਥੋਂ ਤੱਕ ਵੀ ਕਹਿੰਦੇ ਆ ਕਿ ਇਹ ਜਿਹੜੇ ਕਾਨੂੰਨ ਨੇ ਇਹ ਬਿਲਕੁਲ ਕਾਲੇ ਨੇ, ਇਹਨਾਂ ਦੇ ਵਿੱਚ ਚਿੱਟਾ ਕੋਈ ਨਹੀਂ ਹੈ ਤੇ ਸਰਕਾਰ ਇਹ ਕਹਿੰਦੀ ਰਹੀ ਹੈ ਕਿ ਇਹਨਾਂ ਦੇ ਵਿੱਚ ਕਾਲਾ ਲੱਭ ਕੇ ਵਿਖਾਓ। ਸੋ ਸੁਖਦੀਪ ਸਿੰਘ ਸੁੱਖੀ ਮੇਰੇ ਨਾਲ ਮੌਜੂਦ ਨੇ ਤਾਂ ਗੱਲਬਾਤ ਕਰਦੇ ਆ। ਨੌਜਵਾਨ ਨੇ, ਰਾਜਨੀਤੀ ਨੂੰ ਕਿੱਦਾਂ ਵੇਖਦੇ ਆ ਔਰ ਆਪਣੇ ਫਿਊਚਰ ਨੂੰ ਕਿੱਦਾਂ ਵੇਖਦੇ ਆ ਸਾਡੇ ਦੇਸ਼ ਦੇ ਵਿੱਚ ਜਿੱਥੇ ਸੜਕਾਂ ਦੇ ਉੱਤੇ ਅੰਨਦਾਤਾ ਰੁਲ ਰਿਹਾ ਹੈ। ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜੀ ਦੇਖੋ, ਜਿਹੜੀ ਅੱਜ ਦੀ ਰਾਜਨੀਤੀ ਆ ਤੇ ਸਰਕਾਰਾਂ ਜਿਹੜੇ ਇਹ ਡਰਾਮੇਬਾਜ਼ੀਆਂ, ਜਿਵੇਂ ਸਾਨੂੰ ਪਤਾ ਸੀ ਵੀ ਲੋਕਡਾਊਨ ਸਾਡੇ ਕਿੱਥੇ ਜਾ ਕੇ ਮਾਰ ਕਰੂਗਾ, ਸਾਡੇ ਅੰਦੋਲਨ ਨੂੰ ਮਾਰ ਕਰੂਗਾ, ਕਿੱਥੇ ਜਾ ਕੇ ਸਾਨੂੰ ਨੁਕਸਾਨ ਪਹੁੰਚਾਊਗਾ। ਇਹ ਸਰਕਾਰ ਦੀ ਨੀਤੀ ਦੇਖੋ ਜੀ, ਕਾਂਗਰਸ ਸਰਕਾਰ ਦੇਖੋ ਇਹਨਾਂ ਤੋਂ ਅਲੱਗ ਆ ਗਈ, ਆਪਣੇ ਪੰਜਾਬ 'ਚ ਵੱਖਰੀ ਆ ਬੀਜੇਪੀ ਨਾਲੋਂ। ਗੱਲ ਕਰੇ ਇਹਨਾਂ ਦਾ ਸਮਰਥਨ ਕਰਨ 'ਚ ਕੋਈ ਇਹਨਾਂ ਨੇ ਕਸਰ ਨਹੀਂ ਛੱਡੀ ਕਿਸੇ ਵੀ ਪ੍ਰਕਾਰ ਦੀ। ਤੇ ਉੱਥੇ ਸਾਡੇ ਲੋਕਡਾਊਨ ਲਾਉਣ ਦੀ ਕੋਸ਼ਿਸ਼ ਕਰ ਦਿੱਤੀ ਗਈ ਵੀ ਅਸੀਂ ਜ਼ਿਲ੍ਹਿਆਂ ਨੂੰ ਲੌਕ ਕਰਾਂਗੇ, ਜਿਹੜੀ ਕੋਵਿਡ ਦੀ ਰਿਪੋਰਟ ਹੋਊਗੀ ਉਹ ਦਿਖਾ ਕੇ ਤੁਸੀਂ ਅੰਦਰ ਆ ਸਕਦੇ ਹੋ। ਸਾਨੂੰ ਪਤਾ ਸੀ ਵੀ ਜੇ ਅੱਜ ਇਹ ਨੀਤੀਆਂ ਜਾਰੀ ਹੁੰਦੀਆਂ ਨੇ ਤਾਂ ਜਿਹੜੇ ਸਾਡੇ ਇੱਥੇ ਲੱਖਾਂ ਦੀ ਗਿਣਤੀ 'ਚ ਕਿਸਾਨ ਬੈਠਾ, ਇਹਨਾਂ ਦਾ ਰਾਸ਼ਨ ਕਿੱਥੋਂ ਜਾਊਗਾ, ਇੱਥੇ ਲੋਕ ਕਿਵੇਂ ਆਉਣਗੇ, ਇੱਥੇ ਦੁੱਧ ਕਿਵੇਂ ਆਊਗਾ, ਇਹ ਗੱਲਾਂ ਦਾ ਸਾਨੂੰ ਪਤਾ ਸੀ, ਸੂਝਵਾਨਤਾ ਰੱਖਦੇ ਸੀ। ਉੱਥੇ ਹੀ ਸਾਡੇ ਇੱਕ ਗਰੀਬ ਰੇਹੜੀ ਵਾਲੇ ਜਿਹੜੇ ਭਰਾ ਸਾਡੇ ਦਿਹਾੜੀ ਕਰਦੇ ਆ, ਜਿਹੜੇ ਦਿਨ ਦਾ 200-300 ਰੁਪਇਆ ਕਮਾ ਕੇ ਟਾਈਮ ਪਾਸ ਕਰਦੇ ਆ, ਉਹ ਬੰਦਿਆਂ ਨੂੰ ਇਹਨਾਂ ਵੱਲੋਂ ਉਹ ਕਰਿਆ ਜਾਂਦਾ ਟਾਰਗੇਟ। ਉਹਨਾਂ ਦੀਆਂ ਜੀ ਲੱਤਾਂ ਮਾਰੀਆਂ ਗਈਆਂ ਨੇ ਪੰਜਾਬ 'ਚ, ਤੁਸੀਂ ਹਾਲਾਤ ਦੇਖੇ ਨੇ, ਸਸਪੈਂਡ ਹੋਏ ਨੇ ਆਫੀਸਰ, ਉਹਨਾਂ ਨੇ ਲੱਤਾਂ ਮਾਰੀਆਂ ਨੇ ਵੀ ਅਸੀਂ ਤਾਂ ਯਾਰ ਐਵੇਂ ਹੀ ਕਰਾਂਗੇ। ਉਹਨਾਂ ਨੇ ਪੂਰੀ ਗੁੰਡਾਗਰਦੀ ਕਰੀ, ਪ੍ਰਸ਼ਾਸਨ ਵੱਲੋਂ ਗੁੰਡਾਗਰਦੀ ਕੀਤੀ ਗਈ, ਸਰਕਾਰ ਵੱਲੋਂ ਵਿਤਕਰਾ ਕਰਿਆ ਗਿਆ। ਸਾਡੇ ਕਿਸਾਨਾਂ ਨੂੰ ਨਹੀਂ ਦੇਖਿਆ ਗਿਆ ਵੀ ਇੱਥੇ ਕਿਸਾਨ ਬੈਠਾ, ਇਹਨਾਂ ਦਾ ਕੀ ਹੋਊਗਾ। ਅਸੀਂ ਇਹਦਾ ਸਖਤ ਵਿਰੋਧ ਕੀਤਾ ਜੀ ਵੀ ਸ਼ਰਾਬ ਦਾ ਠੇਕਾ ਕਿਵੇਂ ਖੁੱਲ੍ਹ ਸਕਦਾ। ਉੱਥੇ ਕੋਵਿਡ ਜਿਵੇਂ ਤੁਸੀਂ ਦੱਸਿਆ ਵੀ ਉੱਥੇ ਟੱਚ ਹੁੰਦੀ ਆ, ਸ਼ਰਾਬ ਦੀ ਬੋਤਲ ਖਰੀਦਦਾ ਬੰਦਾ। ਸ਼ਰਾਬ ਇੱਕ ਨਸ਼ੀਲਾ ਪਦਾਰਥ ਹੈ, ਜੇ ਇਹ ਚੰਗਾ ਪਦਾਰਥ ਆ ਤਾਂ ਕੈਪਟਨ ਸਾਹਿਬ ਆ ਕੇ ਦੱਸ ਦੇਣ, ਇੱਥੇ ਲੋਕ ਬੈਠੇ ਨੇ ਜੀ, ਵੀ ਇਹ ਸਭ ਤੋਂ ਚੰਗੀ ਚੀਜ਼ ਆ। ਨਾਲੇ ਕੈਪਟਨ ਸਾਹਿਬ ਨੇ ਤਾਂ ਸਹੁੰ ਵੀ ਖਾਧੀ ਸੀ ਸਾਡੇ ਪਵਿੱਤਰ ਗੁਰੂ ਸ੍ਰੀ ਗੁਟਕਾ ਸਾਹਿਬ ਦੀ। ਉਹ ਗੁਟਕਾ ਸਾਹਿਬ 'ਤੇ ਹੱਥ ਧਰ ਕੇ ਇਹਨਾਂ ਨੇ ਸਹੁੰ ਖਾਧੀ ਵੀ ਅਸੀਂ ਨਸ਼ਾ ਖਤਮ ਕਰਨਾ। ਤੁਸੀਂ ਹੁਣ ਸਾਡੇ ਪੰਜਾਬ ਨੂੰ, ਯੋਧਿਆਂ ਦੇ ਪੰਜਾਬ ਨੂੰ ਇੱਕ ਨਸ਼ੇ ਤੋਂ ਐਂ ਕਹਿ ਰਹੇ ਹੋ ਵੀ ਸਾਡੀ ਜੇ ਪੰਜਾਬ ਦੀ ਕਮਾਈ ਆ ਨਾ ਜੀ, ਜੇ ਆਪਣੇ ਕਹਿੰਦੇ ਪੰਜਾਬ ਸੂਬੇ ਦੀ ਕਮਾਈ ਹੁੰਦੀ ਆ ਤਾਂ ਉਹ ਸਿਰਫ ਸ਼ਰਾਬ ਤੋਂ ਹੁੰਦੀ ਆ। ਹੁਣ ਖਾਲਸਾ ਜੀ ਤੁਸੀਂ ਬੈਠੇ ਹੋ, ਤੁਸੀਂ ਸ਼ਰਾਬ ਤੋਂ ਆਪਣੇ ਰੀਪ੍ਰਜੈਂਟ ਨੂੰ, ਆਪਣੇ ਪੰਜਾਬ ਨੂੰ ਰੀਪ੍ਰਜੈਂਟ ਸ਼ਰਾਬ ਨਾਲ ਕਰ ਰਹੇ ਹਾਂ ਜੀ। ਹੁਣ ਆਪਾਂ ਤਾਂ ਬਹਾਦਰ ਯੋਧੇ ਹਾਂ, ਆਪਾਂ ਤਾਂ ਲੜਨ ਵਾਲੀਆਂ ਕੌਮਾਂ ਨੇ ਪਿੱਛੋਂ ਲੜਦੇ ਆਏ ਆ, ਮਰਦੇ ਆਏ ਆ, ਤੇ ਅੱਜ ਸਾਨੂੰ ਸ਼ਰਾਬ ਨਾਲ ਕੰਪੈਰੀਜ਼ਨ ਕੀਤਾ ਜਾ ਰਿਹਾ। ਉੱਥੇ ਗਰੀਬ ਦੀ ਦੁਕਾਨ 'ਤੇ ਰੇੜੀ ਲੱਤਾਂ ਮਾਰੀਆਂ ਜਾਂਦੀਆਂ, ਰੇੜੀ ਤੋਂ ਸਬਜ਼ੀਆਂ ਡਿੱਗੀਆਂ ਜਾਂਦੀਆਂ, ਉੱਧਰ ਸ਼ਰਾਬ ਦੇ ਠੇਕਿਆਂ ਨੂੰ ਹਰੀ ਝੰਡੀ ਦੇ ਰੱਖੀ ਆ ਵੀ ਤੁਸੀਂ ਸ਼ਰਾਬ ਵੇਚੋ। ਜਿਹੜਾ ਸਾਡਾ ਬੰਦਾ ਘਰੇ ਬੈਠਾ, ਜਿਹੜਾ ਹੁਣ ਅੱਕਿਆ ਬੈਠਾ, ਇੱਕ ਫਰਸਟ੍ਰੇਸ਼ਨ 'ਚ ਬੈਠਾ ਵੀ ਆਪਦੇ ਬੱਚਿਆਂ ਨੂੰ ਕਿਵੇਂ ਖਵਾਊਂਗਾ, ਕਿਵੇਂ ਪਿਆਊਂਗਾ, ਉਹਦੀ ਫਰਸਟ੍ਰੇਸ਼ਨ ਹੁਣ ਉਹ ਸ਼ਰਾਬ ਖਰੀਦ ਕੇ ਕਹਿੰਦੇ ਪਾਗਲ ਹੋ ਕੇ ਪੈ ਜੀ। ਦੱਸੋ, ਇਹ ਰੂਲ ਨੇ ਜੀ ਸਰਕਾਰਾਂ ਦੇ। ਇੱਥੇ ਐਡੀ ਗੰਦੀ ਰਾਜਨੀਤੀ ਕਰੀ ਜਾਂਦੀ ਆ, ਛੱਡ ਦੋ ਗੱਲਾਂ।
ਜਿਵੇਂ ਤੁਸੀਂ ਕਿਹਾ ਵੀ ਲੋਕਾਂ ਤੇ ਇਹ ਜਾਰੀ ਕਰ ਦਿੱਤੇ ਜਾਂਦੇ ਨੇ, ਲੋਕ ਆਪਦੀ ਕਿਸਮਤ ਸਮਝ ਲੈਂਦੇ ਨੇ। ਲੋਕਾਂ ਨੂੰ ਜੀ, ਲੋਕ ਹਲੇ ਨਾ ਸਾਡੇ ਜਿਹੜੇ ਭੋਲੇ ਲੋਕ ਨੇ, ਵੈਸੇ ਤਾਂ ਹੁਣ ਸਮਝਣਾ ਸ਼ੁਰੂ ਕਰਤਾ, ਹਰੇਕ ਸਾਡੇ ਬੱਚੇ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਵੀ ਸਾਡੇ ਹੱਕ ਕੀ ਨੇ, ਸਾਡੀਆਂ ਆਵਾਜ਼ਾਂ ਕੀ ਨੇ। ਬਾਕੀ ਰਹੀ ਗੱਲ, ਅਸੀਂ ਨਾ ਕੰਪਰੋਮਾਈਜ਼ ਕਰਨਾ ਸ਼ੁਰੂ ਕਰਤਾ ਸੀ, ਸਮਝੌਤਾ। ਕਦੇ ਵੀ ਜ਼ਿੰਦਗੀ 'ਚ ਸਮਝੌਤਾ ਨਾ ਕਰੋ। ਸਮਝੌਤਾ ਕਰਨਾ ਤਾਂ ਕਿਸੇ ਹੱਦ ਤੇ ਕਰਿਆ ਜਾ ਸਕਦਾ, ਵੀ ਜਿੱਥੇ ਆਪਾਂ ਨੂੰ ਆਪਦੇ ਪਰਿਵਾਰ ਲਈ ਕਰਿਆ ਜਾ ਸਕਦਾ। ਜਦੋਂ ਇਹ ਗੱਲ ਕਰ ਕੋਈ ਚੀਜ਼ ਥੋਪੀ ਜਾਵੇ ਵੀ ਆਹ ਚੀਜ਼ ਤੁਹਾਡੇ ਤੇ ਆ ਕੇ ਲੱਗ ਗਈ, ਐਂ ਕਿਵੇਂ ਲੱਗ ਗਈ ਭਾਈ? ਸਾਡੇ ਵੀ ਰਾਈਟਸ ਨੇ, ਸਾਡੇ ਹੱਕ ਨੇ, ਅਸੀਂ ਇੱਥੇ ਜਿਉਂਦੇ ਆ। ਅਸੀਂ ਇੱਥੇ ਆਜ਼ਾਦੀ 'ਚ ਯੋਗਦਾਨ ਦਿੱਤਾ। ਜਦੋਂ ਜੰਗ ਲੜੀ, ਇੱਕ ਪਾਸੇ 450 ਕਰੋੜ ਰੁਪਈਆ ਇਕੱਲੇ ਪੰਜਾਬ ਨੇ ਇਕੱਠਾ ਕਰਕੇ ਦਿੱਤਾ ਜੀ, 800 ਕਰੋੜ ਚੋਂ। ਕਿਉਂ? ਅਸੀਂ ਹੱਕਦਾਰ ਆ। ਜਿਹੜੀਆਂ ਸਾਡੇ ਲਈ ਐਡੀਆਂ ਐਡੀਆਂ ਕੰਧਾਂ ਬਣਾਈਆਂ, ਹੁਣ ਵੀ ਤੁਸੀਂ ਬਾਰਡਰ ਤੇ ਦੇਖਿਆ ਹੋਊ, ਪਾਕਿਸਤਾਨ ਵਾਸਤੇ ਬਣਾਓ ਜੀ, ਪਾਕਿਸਤਾਨ ਵਾਸਤੇ। ਸਾਡੇ ਸਿੱਖ ਰੈਜੀਮੈਂਟ ਨੂੰ ਮਾਰ ਕੇ ਜਾਂਦੇ ਨੇ ਬਾਹਰੋਂ ਆ ਕੇ। ਕੀ ਮਜਾਲ ਆ ਕਿਸੇ ਦੇਸ਼ ਦੀ? ਤੁਸੀਂ ਦੂਜੇ ਦੇਸ਼ਾਂ ਕਨੀ ਝੁਕਾ ਦਿਓ ਕਿਸੇ ਦੇਸ਼ ਦੀ ਹੋਰ ਆਰਮੀ ਨੂੰ। ਰਾਜਨੀਤੀ ਕਰਨੀ ਆ ਜੀ, ਧਾਰਮਿਕ ਮੁੱਦਿਆਂ ਤੇ ਰਾਜਨੀਤੀ ਕਰਨੀ ਆ, ਸਾਡੇ ਮੁੰਡਿਆਂ ਨੂੰ ਮਰਵਾ ਕੇ ਰਾਜਨੀਤੀ ਕਰਨੀ ਆ। ਪੁਲਵਾਮਾ 'ਚ ਐਡਾ ਵੱਡਾ ਹਮਲਾ ਹੋ ਗਿਆ ਜੀ, ਪੂਰਾ ਵੱਡਾ ਹਮਲਾ ਹੋਇਆ, ਉਹ 'ਚ ਪੂਰੇ ਗਿਣਤੀ ਦੇ ਲੋਕ ਸੀ, ਵਿੱਚੋਂ ਆਪਣੇ ਸਿੱਖ ਰੈਜੀਮੈਂਟ ਦੇ ਅਲੱਗ-ਅਲੱਗ ਰਾਜਾਂ ਦੇ ਮੁੰਡੇ ਸੀ, ਜਿੱਥੇ ਪ੍ਰਭਾਵਿਤ ਜ਼ੋਨ ਸੀ, ਜਿੱਥੇ ਵੋਟਾਂ ਹੋਣੀਆਂ ਸੀ। ਕਿਉਂ ਐਡੀਆਂ ਐਡੀਆਂ ਗੱਲਾਂ ਸੋਚੀਆਂ ਜਾ ਰਹੀਆਂ? ਸਾਨੂੰ ਮਜਬੂਰ ਕਰ ਦਿੱਤਾ ਗਿਆ। ਸਾਡੇ ਭਰਾਵਾਂ ਦੀ ਮੌਤ ਹੋ ਰਹੀ ਅੱਜ, ਸਾਡੇ ਭਰਾ ਮਰ ਰਹੇ ਨੇ, ਉਹਨਾਂ ਤੇ ਗੰਦੀ ਰਾਜਨੀਤੀ ਖੇਡੀ ਜਾ ਰਹੀ ਆ। ਕੁਛ ਨਹੀਂ ਕਰਿਆ ਜੀ ਇਹ ਮੋਦੀ ਸਰਕਾਰ ਨੇ, ਕੋਈ ਅਟੈਕ ਨਹੀਂ ਕਰਿਆ ਪਾਕਿਸਤਾਨ ਤੇ, ਕੋਈ ਇਹਨਾਂ 'ਚ ਦਮ ਨਹੀਂ। ਸਾਡੇ ਕਿਉਂ ਸ਼ਹੀਦ ਕਰੇ ਜਾ ਰਹੇ ਨੇ ਮੁੰਡੇ ਬਾਰਡਰਾਂ ਤੇ? ਇੱਥੇ ਭਵਿੱਖ ਨੂੰ ਤੁਸੀਂ ਦੇਖਣ ਦੀ ਗੱਲ ਕਰਦੇ ਹੋ, ਭਵਿੱਖ ਕੀ ਆ? ਭਵਿੱਖ ਇੱਥੇ ਕਾਲਾ। ਸਾਡੇ ਬਜ਼ੁਰਗ ਜਿਨ੍ਹਾਂ ਨੂੰ ਅਸੀਂ ਏਸੀ ਵਾਲੇ ਕਮਰਿਆਂ 'ਚ, ਸਾਡੇ ਜਿਹੜੇ ਪੂਰਾ ਆਪਾਂ ਜਿਨ੍ਹਾਂ ਨੇ ਯਾਰ ਸਾਰੀ ਜ਼ਿੰਦਗੀ ਹੁਣ ਸਾਡੇ ਵਾਸਤੇ ਵਾਹਨ ਠੀਕ ਕਰਦਿਆਂ ਨੇ ਲਾਤੀ। ਮੇਰਾ ਦਾਦਾ ਦੱਸਦਾ ਹੁੰਦਾ ਜੀ, ਅਸੀਂ ਵੀ ਛੋਟੀ ਕਿਸਾਨੀ 'ਚੋਂ ਆ। ਮੇਰਾ ਦਾਦਾ ਦੱਸਦਾ ਹੁੰਦਾ ਵੀ ਸਾਡੇ ਖੇਤ ਸੀ ਨਾ, ਜਿਹੜੇ ਟਿੱਬੇ ਸੀ ਜੀ, ਟਿੱਬੇ, ਉਹਦੇ ਜਦੋਂ ਪਾਣੀ ਲਾਉਂਦੇ ਹੁੰਦੇ ਨਾ, ਵੀ ਐਂ ਖਾਲ ਆਉਂਦਾ ਹੁੰਦਾ, ਕੱਚਾ ਖਾਲ ਹੁੰਦਾ ਸੀ ਪਹਿਲਾਂ, ਪੱਕੇ ਖਾਲ ਨਹੀਂ ਹੁੰਦੇ ਸੀ। ਉਹ ਐਂ ਉੱਤੋਂ ਮਿੱਟੀ ਡਿੱਗ ਕੇ ਉਹ 'ਚੋਂ ਇੱਕ ਟਰਾਲੀ ਮਿੱਟੀ ਦੀ ਕੱਢਣੀ ਪੈਂਦੀ ਸੀ ਪਹਿਲਾਂ, ਵੀ ਪਾਣੀ ਲਾਉਣਾ ਜੇ ਬੰਦੇ ਨੇ। ਜੇ 2 ਕਿੱਲੇ ਰਮਾਉਣੇ ਆ ਤਾਂ ਤੁਹਾਨੂੰ ਇੱਕ ਮਿੱਟੀ ਦੀ ਟਰਾਲੀ ਪਕਈਆਂ ਨਾਲ ਪੱਟ ਕੇ ਬਾਹਰ ਕੱਢਣੀ। ਸਾਡੇ ਪਸੀਨਾ ਡੁੱਲਿਆ ਜੀ। ਸਾਡਾ ਬਾਪੂ ਖੇਤੋਂ ਆਉਂਦਾ, ਜਦੋਂ ਪੰਡ ਚੱਕੀ ਹੋ ਜਾਏ ਨਾ ਸਿਰ ਤੇ, ਸਾਡੇ ਪੜਦਾਦਾ ਸ਼ਹੀਦ, ਸਾਡੇ ਦਾਦਾ ਜੀ ਉਦੋਂ ਚੱਲ ਗਏ ਸੀ। ਅਸੀਂ ਉਹ ਖੇਤਾਂ 'ਚ ਮਰੇ ਆ। ਮੇਰੀ ਦਾਦੀ ਦੇ ਉੱਥੇ ਅਸੀਂ ਫੁੱਲ ਪਾ ਕੇ ਨਾ, ਮੇਰੀ ਪੜਦਾਦੀ ਦੇ ਉੱਥੇ ਮੇਰਾ ਪੌਦਾ ਲਾਇਆ ਹੋਇਆ, ਉਹ ਅਸੀਂ ਖੇਤ ਨਹੀਂ ਕਿਸੇ ਨੂੰ ਦੇ ਸਕਦੇ। ਸਾਡੇ ਬਾਬੇ ਨਾਨਕ ਨੇ ਉੱਥੇ ਖੇਤੀ ਕਰੀ ਆ, ਅਸੀਂ ਉਹਦੇ ਵਾਸਤੇ ਮਰ ਵੀ ਸਕਦੇ ਹਾਂ। ਇਹ ਨਾਲ ਜਾਨ ਸਾਡੇ ਲਈ ਕੁਛ ਨਹੀਂ। 500 ਤੋਂ ਉੱਤੇ ਜਾਨਾਂ ਜਾ ਚੁੱਕੀਆਂ, 500 ਤੋਂ ਉੱਤੇ। ਇਹ ਜ਼ਾਲਮ ਸਰਕਾਰ ਨੂੰ ਦਿਖ ਨਹੀਂ ਰਿਹਾ? ਇਦੋਂ ਬਾਅਦ ਚੋਂ ਰੋ ਕੇ ਡਰਾਮਾ ਕਰਕੇ ਜੀ ਤੁਸੀਂ ਜਿਹੜਾ ਇਹ ਦਿਖਾਉਂਦੇ ਆ ਵੀ ਸਾਨੂੰ ਅਸੀਂ ਦੁੱਖ ਮੰਨਦੇ ਆ। ਦੁੱਖ ਨਹੀਂ ਜੀ, ਜੇ ਤਾਂ ਤੁਹਾਡੇ ਤੋਂ ਸਰਕਾਰ ਚੱਲਦੀ ਆ ਚਲਾਓ, ਨਹੀਂ ਚੁੱਪ ਕਰਕੇ ਆਪਦਾ ਰਿਜ਼ਾਈਨ ਦਿਓ ਤੇ ਲੋਕਾਂ ਨੂੰ ਲੋਕਾਂ ਦੇ ਹਾਲ ਤੇ ਛੱਡਿਆ ਜਾਵੇ। ਲੋਕ ਆਪਦਾ ਲੜ ਲੈਣਗੇ। ਅਸੀਂ ਤੁਹਾਨੂੰ ਟੈਕਸ ਕਿਉਂ ਦੇ ਰਹੇ ਹਾਂ? 18% GST ਜਿਹੜਾ ਅਸੀਂ ਸਿੱਖਾਂ ਵਾਲੀ ਡੱਬੀ ਤੋਂ ਲੈ ਕੇ ਆ ਮੋਬਾਈਲ ਤੱਕ ਤੇ ਅਸੀਂ ਟੈਕਸ ਦਿੰਨੇ ਆ, ਟੋਟਲੀ ਚੀਜ਼ਾਂ ਤੇ ਟੈਕਸ ਦਿੰਨੇ ਆ। ਆ ਹੁਣ ਤੁਸੀਂ ਪੈਟਰੋਲ ਡੀਜ਼ਲ ਤੇ ਕਿੰਨਾ ਟੈਕਸ ਆਪਾਂ ਦਿੰਨੇ ਆ, ਡੇਲੀ ਨੀਡਸ 'ਚ ਆਉਂਦਾ ਹਰੇਕ ਲੋਡ 'ਚ। ਜੇ ਆਪਾਂ ਦਿਨ ਦਾ 200 ਰੁਪਇਆ ਖਰਚ ਕਰਦੇ ਹਾਂ ਤਾਂ ਜੋ 50-60 ਰੁਪਏ ਤਾਂ ਸਰਕਾਰ ਨੂੰ ਵੀ ਸਿੱਧੇ ਜਾਂਦੇ ਆ ਨਾ, ਡਾਇਰੈਕਟ। ਹੁਣ ਉਹ ਦੇਖੋ, ਇਹ ਸਰਕਾਰ ਦੀਆਂ ਨੀਤੀਆਂ ਬਣਨੀਆਂ ਚਾਹੀਦੀਆਂ ਵੀ ਸਾਨੂੰ ਚੰਗੀਆਂ ਸਹੂਲਤਾਂ, ਸਾਡੇ ਹੁਣ ਸਾਡੇ ਮੁੱਦਿਆਂ ਨੂੰ ਕਿਵੇਂ ਭੜਕਾਇਆ ਜਾਂਦਾ, ਡਿਵਰਟ ਕੀਤਾ ਜਾਂਦਾ। ਹੁਣ ਇਹ ਜਿਹੜੇ ਵੀ ਆ ਰਾਜਨੀਤੀ 'ਚ ਬੰਦੇ ਨੇ, ਹੁਣ ਆਪਣੇ ਪੰਜਾਬ 'ਚ ਵੋਟਾਂ ਹੋਣੀਆਂ ਨੇ, ਇਹਨਾਂ ਨੇ ਮੁੱਦੇ ਪਹਿਲਾਂ ਹੀ ਭੜਕਾਉਣੇ ਸ਼ੁਰੂ ਕਰਤੇ ਕਿਸੇ ਵੀ ਤਰੀਕੇ ਦੇ। ਕੋਈ ਕਿਸੇ ਤਰੀਕੇ ਦੀ ਸੱਚੀ ਗੱਲ ਤਾਂ ਨਹੀਂ ਹੋ ਰਹੀ। ਸੱਚੀ ਰਾਜਨੀਤੀ ਕਰੋ ਯਾਰ। ਜੇ ਸੱਚੀ ਰਾਜਨੀਤੀ ਦੀ ਗੱਲ ਕਰਦੇ ਹੈਗੇ ਆ, ਜੇ ਮੂਲ ਸਿਧਾਂਤਾਂ ਦੀ ਗੱਲ ਕਰਦੇ ਆ ਤਾਂ ਲੋਕ ਜੁੜਦੇ ਆ। ਕਿਉਂਕਿ ਜਿਸ ਤਰੀਕੇ ਦੇ ਨਾਲ ਮੈਨੀਫੈਸਟੋ ਰੱਖੇ ਜਾਂਦੇ ਆ, ਮੈਨੀਫੈਸਟੋ ਦੇ ਵਿੱਚ ਜੇ ਇਹ ਕਿਹਾ ਜਾਊਗਾ ਕਿ ਤੁਹਾਨੂੰ ਅਸੀਂ ਮੋਬਾਈਲ ਦੇਵਾਂਗੇ, ਤੁਹਾਨੂੰ ਅਸੀਂ ਆਟਾ ਦਾਲ ਦੀਆਂ ਸਕੀਮਾਂ ਦੇਵਾਂਗੇ, ਸੋ ਬੜੇ ਛੋਟੇ ਜੇ ਟਾਰਗੇਟ ਰੱਖੇ ਜਾਂਦੇ ਆ ਵੀ ਲੋਕਾਂ ਨੂੰ ਲੁਭਾਉਣ ਦੇ ਲਈ, ਤੇ ਲੋਕੀ ਵੀ ਖੁਸ਼ ਹੋ ਜਾਂਦੇ। ਤੁਹਾਨੂੰ ਲੱਗਦਾ ਵੀ ਲੋਕੀ ਵੀ ਕਿਤੇ ਇਹ ਤਾਂ ਨਹੀਂ ਹੈਗਾ ਕਿ ਇਹ ਲੋਕਾਂ ਨੇ ਆਪਣੇ ਦਿਮਾਗ ਦੇ ਵਿੱਚ ਹੀ ਜਿਹੜੇ ਟਾਰਗੇਟ ਮਿਥਲੇ ਆ, ਬੜੇ ਛੋਟੇ ਜਿਹੇ ਮਿਥਲੇ ਆ, ਉਮੀਦਾਂ ਹੀ ਛੱਡਤੀਆਂ ਸਰਕਾਰਾਂ ਤੋਂ ਬਹੁਤੀਆਂ? ਉਮੀਦਾਂ ਨੂੰ ਛੋਟਾ ਕਰ ਦਿੱਤਾ ਗਿਆ ਜੀ। ਸੋਚਣ ਸ਼ਕਤੀ, ਜੇ ਹੁਣ ਤੁਹਾਡੇ ਬੱਚਾ ਹੈਗਾ ਛੋਟਾ ਜਿਹਾ, ਮੈਂ ਐਗਜ਼ਾਮਪਲ ਦੇਣੀ ਚਾਹਣਾ, ਜਿੱਦਾਂ ਉਹਨੂੰ ਆਪਾਂ ਸਿਖਾਵਾਂਗੇ ਪਰਿਵਾਰ 'ਚੋਂ, ਉਹ ਸਿੱਖ ਕੇ ਉੱਦਾਂ ਦੀ ਰਿਐਕਟ ਕਰੂਗਾ। ਸਾਡੇ ਲੋਕਾਂ ਦੀ ਮਾਨਸਿਕਤਾ ਨੂੰ ਡਿੱਗਿਆ ਗਿਆ। ਸਾਡੇ ਹੁਣ ਪੰਜਾਬ 'ਚ ਆਪਣੇ 'ਚ ਹਰੀ ਕ੍ਰਾਂਤੀ ਆਈ, ਇਕੱਲਾ ਆਪਣਾ ਪੰਜਾਬ ਤੇ ਹਰਿਆਣਾ ਤੇ ਕੁਛ ਕੁ ਹਿੱਸਾ ਹੋਰ ਰਾਜਾਂ ਦਾ, ਜਿੱਥੇ ਕਣਕ ਦੀ ਪੈਦਾਵਾਰ ਹੁੰਦੀ ਸੀ ਜਾਂ ਕੁਛ ਵੀ ਖੇਤੀ ਲਾ ਲਓ। ਸਾਡੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਸਾਡੇ ਮਜ਼ਦੂਰਾਂ ਤੋਂ ਵੋਟ ਕਿੱਦਾਂ ਲੈਤੀ ਜਾ ਸਕਦੀ ਆ? ਉਹਨਾਂ ਨੂੰ ਫ੍ਰੀ ਰਾਸ਼ਨ ਦਿੱਤਾ, ਉਹਨਾਂ ਨੂੰ ਕੰਮ ਕਰਨ ਤੋਂ ਹਟਾਇਆ। ਸਾਡੇ ਦਿਲ 'ਚ ਇੱਕ ਵੀ ਸਾਨੂੰ ਬਿਨਾਂ ਕੰਮ ਕਰੇ ਤੋਂ ਚੀਜ਼ ਮਿਲ ਜੇ,
ਇਹ ਕਦੇ ਬਜਾਏ ਉਹਨਾਂ ਨੂੰ ਕੰਮ ਦੇਣ ਦੇ, ਬਜਾਏ ਨੌਕਰੀਆਂ ਦੇਣ ਦੇ, ਬਜਾਏ ਉਹਨਾਂ ਨੂੰ ਆਤਮ ਸਨਮਾਨ ਉਹਨਾਂ ਦਾ ਵਧਾਉਣ ਦੇ, ਉਹਨਾਂ ਨੂੰ ਇੱਕ ਤਰੀਕੇ ਨਾਲ ਖੈਰਾਤ ਅਸੀਂ ਵੰਡ ਰਹੇ ਹਾਂ। ਉਹਨੂੰ ਇੱਕ ਨਾ ਵੀ ਇੱਕ ਮਜਬੂਰ ਕਰ ਦਿੱਤਾ ਗਿਆ, ਮੰਗਣ ਵਾਲਾ ਬਣਾਉਣ ਤੇ ਮਜਬੂਰ ਕਰ ਦਿੱਤਾ ਗਿਆ। ਹੁਣ ਸਾਡੀ ਕੌਮ ਆ ਧੌਣ ਤੇ ਗੋਡਾ ਰੱਖ ਕੇ ਗੱਲ ਮਨਾਉਣ ਵਾਲੀ ਵੀ ਯਾਰ ਤੂੰ ਇਹ ਕਿਉਂ ਨਹੀਂ ਕੀਤਾ, ਵੀ ਸਾਡੇ ਰਾਈਟਸ ਨੇ, ਵੀ ਜੇ ਅਸੀਂ ਅਨਾਜ ਉਗਾਉਣੇ ਆ ਤਾਂ ਸਾਡੇ ਇੰਨੇ % ਲੋਕ ਜੇ ਜਿਨ੍ਹਾਂ ਦੀ ਆਮਦਨ ਘੱਟ ਆ ਤਾਂ ਉਹਨਾਂ ਨੂੰ ਤੇਰਾ ਹੱਕ ਬਣਦਾ ਅਨਾਜ ਦੇਣ ਦਾ। ਕੋਈ ਤੂੰ ਇਹਨਾਂ ਨੂੰ ਭੀਖ ਨਹੀਂ ਦੇ ਰਿਹਾ। ਤੇ ਉਹ 'ਚ ਇਕੱਲੀ ਕਣਕ ਨਹੀਂ ਜੀ, ਉਹ 'ਚ ਸੋਡੇ ਜਿਹੜੇ ਸਾਰੇ ਇੰਗਰੀਡੀਐਂਟਸ ਹੁੰਦੇ ਨੇ ਨਾ, ਹੋਰ ਦਾਲਾਂ, ਚਨੇ, ਉਹ ਸਾਰਾ ਕੁਝ ਦਿਓ, ਪ੍ਰੋਟੀਨ ਵਾਲੀਆਂ ਚੀਜ਼ਾਂ ਦਿਓ। ਸਾਡੇ ਲੋਕ ਜਿਨ੍ਹਾਂ ਨੂੰ ਲੋੜਵੰਦ ਨੇ ਉਹਨਾਂ ਦਾ ਰੁਜ਼ਗਾਰ ਦਿਓ ਉਹਨਾਂ ਨੂੰ। ਜੇ ਤੁਹਾਨੂੰ ਰੁਜ਼ਗਾਰ ਨਹੀਂ ਪੈਦਾ ਕਰਨਾ ਆਉਂਦਾ ਤਾਂ ਸਾਡੇ ਵਿਦਵਾਨ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਸਾਡੇ ਅੱਜ ਦੇ ਜ਼ਮਾਨੇ 'ਚ ਬਹੁਤ ਲੋਕ ਪੜ੍ਹ ਗਏ, MD MBS ਬਹੁਤ ਡਾਕਟਰੀ PhDਆਂ ਕਰੀ ਬੈਠੇ ਨੇ, ਡਾਕਟਰ ਨੇ, ਉਹ ਬੱਚਿਆਂ ਨੂੰ ਜੌਬ ਨਹੀਂ ਮਿਲ ਰਹੀ। ਉਹਨਾਂ ਲਈ ਸ਼ਰਾਬ ਦੇ ਠੇਕੇ ਖੋਲ ਰੱਖੇ ਨੇ ਜੀ ਲੋਕਡਾਊਨ 'ਚ। ਵੀ ਤੁਸੀਂ ਆਪਦਾ ਗੁੱਸਾ ਗਿਲਾ ਸਰਕਾਰ ਤੇ ਨਾ ਦਿਖਾਓ ਜੀ, ਚੁੱਪ ਕਰਕੇ ਆਓ ਤੇ ਸਾਨੂੰ 300 ਰੁਪਿਆ ਦਿਓ ਤੇ ਬੋਤਲ ਲੈ ਕੇ ਇੱਥੇ ਰੁਲਦੇ ਫਿਰੋ ਸੜਕਾਂ ਤੇ ਉੱਤੋਂ ਰਹਿੰਦੀ ਖੁੰਦੀ ਜਿਹੜੀ ਕਸਰ ਹੈਗੀ ਉਹ ਪੈਟਰੋਲ ਔਰ ਡੀਜ਼ਲ ਦੇ ਦਾਮਾਂ ਨੇ ਕੱਢਤੀ ਆ। ਵੀ ਜੇ ਕੋਈ ਬੰਦਾ ਸੋਚੇ ਵੀ ਯਾਰ ਮੈਂ ਕਿਤੇ ਲੋਕੀ ਲੱਭਣ ਜਾਵਾਂ ਵੀ, ਪਹਿਲਾਂ ਉਹਨੂੰ ਫਿਕਰ ਪੈ ਜਾਂਦਾ ਵੀ ਮੈਂ ਆਪਣੀ ਗੱਡੀ 'ਚ ਪੈਟਰੋਲ ਕਿੱਦਾਂ ਪਾਊਂਗਾ, ਮੋਟਰਸਾਈਕਲ 'ਚ ਕਿੰਨੇ ਦਾ ਤਾਂ ਪੈਟਰੋਲ ਹੀ ਪੈ ਜਾਣਾ। ਇਹੀ ਗੱਲਾਂ ਨੇ ਜੀ। ਹੁਣ ਪੈਟਰੋਲ ਵਾਲੀਆਂ ਕੰਪਨੀਆਂ ਤੇ ਕੋਈ ਨੱਥ ਨਹੀਂ ਪਾ ਰਹੀ। ਰਾਜਾਂ ਨੇ ਅੱਡ ਟੈਕਸ ਲਾਇਆ ਹੋਇਆ, ਕੇਂਦਰ ਨੇ ਅੱਡ ਟੈਕਸ ਲਾਇਆ ਹੋਇਆ। 30-35 ਰੁਪਈਆਂ ਵਾਲੀ ਚੀਜ਼ ਸਾਨੂੰ ਅੱਜ 90-100 'ਚ ਮਿਲ ਰਹੀ ਹੈ ਜੀ। 30-35 ਰੁਪਏ ਜਿਹੜੀ ਸਾਡੀ ਫਿਲਟਰ ਆਪਾਂ ਦੂਜੇ ਰਾਜਾਂ ਨੂੰ ਵੀ ਵੇਚਦੇ ਆ ਨਾ ਜੀ, ਫਿਲਟਰ ਕਰਕੇ ਪੈਟਰੋਲ ਡੀਜ਼ਲ ਸ਼ੋਧੀਕਰਨ ਕਰਕੇ, ਉਹ ਦੂਜੇ ਰਾਜਾਂ 'ਚ ਵੀ ਆਪਾਂ 40-40 35-35 ਰੁਪਏ ਵੇਚਦੇ ਹੀ ਆ। ਆਪਣੇ ਲੋਕਾਂ ਨੂੰ ਕਿਉਂ ਨਹੀਂ ਦੇ ਰਹੇ ਤੁਸੀਂ? ਬਿਲਕੁਲ, ਨੇਪਾਲ 'ਚ ਸਾਡੇ ਦੇਸ਼ ਤੋਂ ਹੀ ਜਾਂਦਾ ਤੇ ਉੱਥੇ ਸਸਤਾ ਹੈਗਾ ਸਾਡੇ ਦੇਸ਼ ਤੋਂ। ਤੇ ਬਾਈ ਜੀ ਇਸ ਚੀਜ਼ ਨੂੰ ਕਿੱਦਾਂ ਵੇਖਦੇ ਹੋ ਫਿਰ, ਜਿਹੜੀ ਆਹ ਮਸਲੇ ਹੈਗੇ ਆ, ਮਸਲੇ ਤੁਸੀਂ ਵੀ ਰੱਖ ਰਹੇ ਹੋ, ਤੁਹਾਡੇ ਦਾਦਾ ਜੀ ਵੀ ਗੱਲ ਕਰਦੇ ਰਹੇ ਆ, ਕਿਸਾਨ ਆਗੂ ਹੋ ਗਏ, ਇਹ ਅੱਜ ਦੀ ਗੱਲ ਨਹੀਂ ਹੈਗੀ। ਜੇ ਮੈਂ ਅੱਜ ਦੇ ਸੰਘਰਸ਼ ਦੀ ਗੱਲ ਕਰਾਂ ਤਾਂ ਇਹਨੂੰ ਵੀ 6 ਮਹੀਨੇ ਹੋ ਚੁੱਕੇ ਦਿੱਲੀ ਦੇ ਬਾਰਡਰਾਂ 'ਤੇ। ਪੰਜਾਬ 'ਚ ਤਾਂ ਹੋ ਹੀ ਗਈ ਸੀ ਪਹਿਲਾਂ, ਔਰ ਇਸ ਤੋਂ ਪਹਿਲਾਂ ਵੀ ਕਈ ਵਾਰੀ ਮਸਲੇ ਆਏ ਆ, ਪਰ ਇਹ ਸਰਕਾਰ ਸਮਝਦੀ ਕਿਉਂ ਨਹੀਂ ਹੈਗੀ? ਸਰਕਾਰ ਤਾਂ ਕਿਉਂ ਨਹੀਂ ਜਾਂਦੀ ਕਿ ਸਾਡੇ ਅੰਦਰ ਕੋਈ ਘਾਟ ਹੈਗੀ, ਕਿ ਸਾਡੇ ਅੰਦਰ ਏਕਾ ਨਹੀਂ ਹੋ ਪਾਉਂਦਾ ਹੈਗਾ, ਵੀ ਤਾਂ ਕੋਈ ਅਸੀਂ ਕਿਤੇ ਪਿੱਛੇ ਰਹਿ ਜਾਂਦੇ ਹਾਂ? ਇਹ ਜੀ ਇਹਨਾਂ ਦੀ ਸਰਕਾਰ ਦੀ ਇੱਕ ਪਾਲਿਸੀ ਹੁੰਦੀ ਆ, ਜੇ ਤਾਂ ਬੰਦਿਆਂ ਨੂੰ ਜਾਂ ਤਾਂ ਇਗਨੋਰ ਕਰਦੇ ਹੁੰਦੇ ਆ, ਇਹਨਾਂ ਨੇ ਅਵੋਇਡ ਕਰ ਦਿੰਦੇ ਨੇ ਵੀ ਆਪਾਂ ਨੂੰ ਹੁਣ ਇਹ ਨੋਟਿਸ ਨਹੀਂ ਕਰ ਰਹੇ, ਵੀ ਨਾ ਤਾਂ ਇਹਨਾਂ ਨੇ ਆਪਣੀ ਜਵਾਬ ਦੇ ਰਹੇ ਨੇ। ਹੁਣ ਇਹਨਾਂ ਨੂੰ ਹੁਣ ਇਹ ਆਪਾਂ ਨੂੰ ਇਗਨੋਰ ਕਰਨਾ ਇਹਨਾਂ ਨੇ ਸ਼ੁਰੂ ਕਰ ਰੱਖਿਆ। ਤੁਹਾਨੂੰ ਕੀ ਲੱਗਦਾ, ਜਿੱਦਾਂ ਤੁਸੀਂ ਗੱਲ ਬਿਲਕੁਲ ਸਹੀ ਕਹੀ ਕਿ ਨਾ ਤਾਂ ਹੁਣ ਕੋਈ ਨੈਗੇਟਿਵ ਗੱਲ ਹੋ ਰਹੀ ਹੈ ਨਾ ਪੋਜ਼ਿਟਿਵ ਗੱਲ ਹੋ ਰਹੀ ਹੈ? ਕਿਉਂਕਿ ਪਹਿਲਾਂ ਅਸੀਂ ਵੇਖਿਆ ਸੀਗਾ ਕਿ ਇੱਕਦਮ ਪੁਲਿਸ ਦਾ ਪਹਿਰਾ ਲੱਗ ਜਾਂਦਾ ਸੀਗਾ, ਕਿਤੇ ਬੈਰੀਕੇਟਿੰਗ ਹੁੰਦੀ ਸੀਗੀ, ਕਿਤੇ ਰਸਤੇ ਰੋਕ ਦਿੱਤੇ ਜਾਂਦੇ ਸੀਗੇ। ਹੁਣ ਕੁਝ ਵੀ ਨਹੀਂ ਹੋ ਰਿਹਾ, ਨਾ ਤਾਂ ਨੈਗੇਟਿਵ ਸਾਈਡ ਤੇ ਨਾ ਪੋਜ਼ਿਟਿਵ ਸਾਈਡ ਤੇ, ਬਿਲਕੁਲ ਗੱਲ ਵੀ ਨਹੀਂ ਹੋ ਰਹੀ ਹੈਗੀ। ਸੋ ਤੁਸੀਂ ਕੀ ਮੰਨਦੇ ਹੋ ਵੀ ਇਹਦੇ ਪਿੱਛੇ ਕਾਰਨ ਕੀ ਹੈਗਾ? ਇਹਦੇ ਪਿੱਛੇ ਜੀ ਸਰਕਾਰਾਂ ਦੀਆਂ ਸੋਚੀਆਂ ਸਮਝੀਆਂ ਨੀਤਾਂ, ਜਿਵੇਂ ਪਹਿਲੇ ਦਿਨ ਤੋਂ ਇਹ ਅੰਦੋਲਨਾਂ ਨੂੰ ਧੱਕੇ ਲਾਉਂਦੇ ਆਏ ਨੇ। ਅਸੀਂ ਇਹ ਸਮਝ ਚੁੱਕੇ ਹਾਂ ਜੀ, ਹੁਣ ਸਾਡੀ ਕੌਮ ਸਮਝ ਚੁੱਕੀ ਆ ਵੀ ਇਹ ਕਿੱਥੋਂ ਦੀ ਫਿਤਰਤ ਦੇ ਮਾਲਕ ਨੇ। ਠੀਕ ਹੈ ਜੀ, ਜਿਹੜਾ ਕੁਝ ਸਾਡੇ ਹਰਮੰਦਰ ਸਾਹਿਬ 'ਚ ਹੋਇਆ ਜੂਨ 84 ਨੂੰ ਅਸੀਂ ਭੁੱਲ ਨਹੀਂ ਸਕਦੇ, ਸਾਕੇ ਨੂੰ ਅਸੀਂ ਭੁੱਲ ਨਹੀਂ ਸਕਦੇ। ਜਿਹੜੇ ਬੇਕਸੂਰ ਲੋਕ ਉੱਥੇ ਸ਼ਹੀਦ ਕਰ ਦਿੱਤੇ ਗਏ, ਉੱਥੇ ਕਿਸੇ ਬੰਦੇ ਨੂੰ ਐਂ ਨਹੀਂ ਪੁੱਛਿਆ ਗਿਆ ਵੀ ਇੱਥੇ ਹੋਰ ਲੋਕ ਵੀ ਸੀਗੇ ਨਾ, ਉੱਥੇ ਆਏ ਦਰਸ਼ਨ ਕਰਨ ਆਏ ਸੀ, ਬਾਬਾ ਜੀ ਤਾਂ ਹੈਗੇ ਸੀ, ਹੋਰ ਲੋਕ। ਨਾਲੇ ਇੱਕ ਹੋਰ ਤਰੀਕਾ ਵੀ ਹੁੰਦਾ ਹੈਗਾ, ਉੱਥੇ ਰਾਸ਼ਨ ਪਾਣੀ ਰੋਕ ਸਕਦੇ ਸੀਗੇ, ਸਾਰਾ ਕੁਝ, ਸਾਰੀ ਸਪਲਾਈ ਸਭ ਕੁਝ ਰੋਕ ਸਕਦੇ ਸੀ, ਬਿਜਲੀ ਪਾਣੀ ਕੱਟ ਕਰ ਸਕਦੇ ਸੀਗੇ। ਹਜ਼ਰਤ ਬਲ ਇੱਕ ਕਸ਼ਮੀਰ ਦੇ ਵਿੱਚ ਜਗ੍ਹਾ ਹੈਗੀ ਆ, ਉੱਥੇ ਵੀ ਇਸ ਤਰੀਕੇ ਦਾ ਕੁਝ ਹੋਇਆ ਸੀਗਾ ਤੇ ਪੂਰੀ ਉੱਥੇ ਜਿਹੜੀ ਨਾਕਾਬੰਦੀ ਕਰ ਦਿੱਤੀ ਗਈ ਸੀ, ਸਾਰਾ ਰਾਸ਼ਨ ਪਾਣੀ ਬੰਦ ਕਰ ਦਿੱਤਾ ਗਿਆ ਸੀਗਾ। ਸੋ ਸਵਾਲ ਤਾਂ ਬਹੁਤ ਸਾਰੇ ਹੈਗੇ ਆ ਵੀ ਉੱਥੇ ਹੋਣਾ ਚਾਹੀਦਾ ਸੀਗਾ। ਕਿੰਨੇ ਕੁ ਚਿਰ, ਜੇ ਤੁਹਾਡੀ ਇਹੀ ਮਨਸ਼ਾ ਸੀਗੀ ਕਿ ਸੰਤ ਜਰਨੈਲ ਸਿੰਘ ਖਾਲਸਾ ਨੂੰ ਤੁਸੀਂ ਫੜਨਾ ਹੈਗਾ, ਤਾਂ ਇਹ ਹੋਰ ਵੀ ਤਰੀਕੇ ਸੀਗੇ ਬਹੁਤ। ਹਾਂ, ਜਰਨੈਲ ਜੀ ਤਾਂ ਉਹੀ ਆ ਜਾਂਦੇ, ਉਹਨਾਂ ਦੇ ਦਿਲ 'ਚ ਹੈ ਹੀ ਨਹੀਂ ਸੀ ਕਿਸੇ ਵੀ ਪ੍ਰਕਾਰ ਦਾ। ਉਹਨਾਂ ਨੂੰ ਜੀ ਇੱਕੋ ਲਗਤ ਆਪਦੀ ਕੌਮ ਤੇ ਖਤਰਾ ਮਹਿਸੂਸ ਹੋਇਆ ਵੀ ਸਾਡੇ ਤੇ ਅਟੈਕ ਕਿਉਂ ਕਰ ਰਹੇ ਨੇ ਇਹ, ਇੱਕੋ ਲਗਤ ਸਾਡੇ ਭੋਲੇ। ਉਹਨਾਂ ਨੂੰ ਇੱਕ ਗੱਲ ਦਾ ਹੋਰ ਵੀ ਰੋਸ ਆ ਉਹਨਾਂ ਦੇ ਦਿਲ 'ਚ ਬੜਾ। ਉਹਨਾਂ ਨੇ ਇੱਕ ਗੱਲ ਕਹੀ ਵੀ ਇੱਥੇ ਤਾਂ ਆਮ ਲੋਕ ਨੇ, ਤੁਸੀਂ ਮੈਨੂੰ ਫੜਨਾ ਇਕੱਲੇ ਨੂੰ। ਤੁਹਾਡੇ ਵਾਲੀ ਗੱਲ ਸਹੀ ਸੀ, ਉਹ ਰਾਸ਼ਨ ਪਾਣੀ ਰੋਕਦੇ, ਇਦੋਂ ਬਾਅਦ ਜੋ ਰਾਸ਼ਨ ਉਹਨਾਂ ਕੋਲੇ ਖਤਮ ਹੋ ਜਾਂਦਾ, ਸੰਤ ਜੀ ਆਪ ਹੀ ਆ ਜਾਂਦੇ ਵੀ ਭਾਈ ਨਹੀਂ ਮੈਂ ਉਹ ਸਾਡੇ ਦਾਨੀ ਸੱਜਣ ਨੇ ਜਿਹੜੇ ਅੱਜ ਤੱਕ ਕੁਰਬਾਨੀ ਦੇ ਗਏ, ਜਿਹੜੇ ਉਹ ਬੜੇ ਯੋਧੇ ਸੀ ਸਾਡੇ, ਜਿਹੜੇ ਉਹ ਮਿੰਟ 'ਚ ਆ ਕੇ ਰਿਜ਼ਾਈਨ ਆਪਦਾ ਕਰ ਦਿੰਦੇ ਵੀ ਆ ਲਓ ਮੈਂ ਆ ਗਿਆ ਕਰ ਲਓ। ਉਹ ਇਹਨਾਂ ਦੀ ਨੀਤੀ ਹੀ ਨਹੀਂ ਸੀ ਸਰਕਾਰ ਦੀ। ਉਹਨਾਂ ਨੂੰ ਤਾਂ ਪਤਾ ਲੱਗ ਗਿਆ ਸੀ ਵੀ ਜਿਹੜਾ ਮਤਾ ਪਾਇਆ ਜੀ ਅਨੰਦਪੁਰ ਸਾਹਿਬ ਦਾ, ਉਹ ਤਾਂ ਲੋਕਾਂ ਦੇ ਸਾਰੇ ਹੀ ਹੱਕ ਆ ਗਏ। ਇਹ ਤਾਂ ਯੂਨਿਟੀ ਬਣਾਉਣੀ ਸ਼ੁਰੂ ਕਰਤੀ। ਤੁਹਾਨੂੰ ਲੱਗਦਾ ਜਿੱਦਾਂ ਹੁਣ ਤੁਸੀਂ ਅਨੰਦਪੁਰ ਸਾਹਿਬ ਮਤੇ ਦੀ ਗੱਲ ਕੀਤੀ ਹੈ, ਹੁਣ ਜਦੋਂ ਅਸੀਂ ਉਸ ਦਹਾਕੇ ਨੂੰ ਯਾਦ ਕਰਦੇ ਹਾਂ, 1984 ਸ਼ਬਦ ਨੂੰ ਯਾਦ ਕਰਦੇ ਹਾਂ,
ਬਹੁਤ ਘੱਟ ਲੋਕੀ ਹੈ ਜਿਹਨੇ ਉਸ ਚੀਜ਼ ਨੂੰ ਵਿਚਾਰਦੇ ਆ ਕਿ ਉਹ ਅਨੰਦਪੁਰ ਸਾਹਿਬ ਦਾ ਮਤਾ ਕੀ ਸੀ, ਕੀ ਉਹਦੇ ਵਿੱਚ ਮੰਗਾਂ ਸੀਗੀ, ਕਿਹੜੇ ਹੱਕ ਸੀਗੇ, ਉਹਨਾਂ ਤਾਂ ਸ਼ਾਇਦ ਅਸੀਂ ਵਿਸਾਰ ਹੀ ਦਿੱਤਾ ਹੈਗਾ। ਜਿਹੜੀ ਫੈਡਰਲਿਜ਼ਮ ਦੀ ਗੱਲ ਹੋਈ ਸੀ ਤੇ ਸਾਰੀ ਜਿਹੜੀ ਗੱਲ ਹੈਗੀ ਹੈ ਸਿਰਫ ਇਹ ਕਹਿ ਦਿੱਤਾ ਜਾਂਦਾ ਹੈਗਾ ਕਿ ਇਹ ਖਾਲਿਸਤਾਨ ਹੈ, ਜਾਂ ਇੱਕ ਤਰੀਕੇ ਨਾਲ ਬਦਨਾਮ ਜਾਂ ਇੱਕ ਪ੍ਰੋਪੇਗੈਂਡਾ ਜਾਂ ਚਲਾਇਆ ਜਾਂਦਾ ਹੈ। ਇਹ ਜਰਨੈਲ ਜੀ ਹੋਰਾਂ ਨੇ ਜੀ ਜਦੋਂ ਇਹ ਮੁੱਦਾ ਉਠਾਇਆ ਸੀ, ਉਹਨਾਂ ਨੇ ਮੰਗ ਨਹੀਂ ਕਰੀ ਸੀ ਜੀ ਖਾਲਿਸਤਾਨ ਦੀ, ਉਹਨਾਂ ਨੇ ਮੰਗ ਕਰੀ ਸੀ ਜਿਹੜੀ ਸਾਡੇ ਪੰਜਾਬ ਦੀਆਂ ਲੋੜਾਂ ਨੇ, ਜਿਹੜੀ ਵੀ ਸਾਡੇ ਕਿਸਾਨ ਦੀ ਖੇਤੀ ਆ ਉਹਦਾ ਉਹ ਪੂਰਨ ਤੌਰ ਤੇ ਮੰਗ ਕਰਦੇ ਨੇ ਵੀ ਸਾਡੀ ਫਸਲ ਦਾ ਰੇਟ ਸਾਨੂੰ, ਜਿਹੜੀ ਸਾਡੀ ਮਨੂ ਇੱਛਾ ਹੈਗੀ, ਜਿਹੜਾ ਸਾਨੂੰ ਖਰਚਾ ਵੀ ਉਹ ਸਾਨੂੰ ਮਿਲਣੀ ਚਾਹੀਦੀ ਹੈ, ਕਿਸਾਨ ਦੇ ਹਿਸਾਬ ਨਾਲ ਰੇਟ ਹੋਣਾ ਚਾਹੀਦਾ। ਉਹ ਨਹੀਂ ਸਾਨੂੰ ਮਿਲਿਆ। ਉਹ ਜਦੋਂ ਉਹਨਾਂ ਨੇ ਜੀ ਪ੍ਰਚਾਰ ਕਰਨਾ ਸ਼ੁਰੂ ਕਰਿਆ, ਉਹ ਸੰਤ ਜਰਨੈਲ ਜੀ ਘੁੰਮਦੇ ਰਹਿੰਦੇ ਸੀਗੇ, ਉਹਨਾਂ ਦੀਆਂ ਬੜੀਆਂ ਕਿਤਾਬਾਂ ਵੀ ਆਈਆਂ ਨੇ। ਉਹਨਾਂ ਨੇ ਦੇਖਿਆ ਵੀ ਦੂਜੇ ਸੂਬਿਆਂ 'ਚ ਤਾਂ ਫਸਲ ਹੀ ਨਹੀਂ ਹੁੰਦੀ, ਆਪਣਾ ਪੰਜਾਬ ਤਾਂ ਇੱਕ ਬਹੁਤ ਵਧੀਆ ਥਾਂ ਗੀ ਜਿੱਥੇ ਫਸਲਾਂ ਹੁੰਦੀਆਂ, ਸਾਰੇ ਮੌਸਮ ਨੇ, ਰੁੱਤਾਂ ਨੇ, ਕਣਕ ਦੀ ਖੇਤੀ ਹੁੰਦੀ ਆ, ਮੱਕੀ ਦੀ ਖੇਤੀ, ਬਾਜਰਾ। ਉਹਨਾਂ ਨੇ ਦੇਖਿਆ ਵੀ ਆਪਣਾ ਤਾਂ ਬਹੁਤ ਵਧੀਆ ਧਰਤੀ ਆ। ਉਹ ਕਹਿੰਦੇ ਵੀ ਆਪਣੇ ਸਰੋਤਾਂ ਨੂੰ, ਕੁਦਰਤੀ ਸਰੋਤਾਂ ਨੂੰ ਵੀ ਸਾਂਭ ਕੇ ਰੱਖਿਆ ਜਾਵੇ ਤੇ ਆਪਣੀਆਂ ਫਸਲਾਂ ਦੀ ਸਾਂਭ ਸੰਭਾਲ ਹੋਵੇ, ਆਪਣੇ ਧਰਮ ਦੀ ਸਾਂਭ ਸੰਭਾਲ ਹੋਵੇ, ਆਪਣੇ ਵਿਰਸੇ ਨੂੰ ਸਾਂਭਿਆ ਜਾਵੇ। ਉਹਨਾਂ ਨੂੰ ਇਹਨਾਂ ਨੇ ਸਰਕਾਰ ਨੂੰ ਇੱਕੋ ਲੱਖ ਖਤਰਾ ਮਹਿਸੂਸ ਹੋਇਆ ਜੀ ਜੋ ਆਨੰਦਪੁਰ ਦਾ ਮਤਾ ਸਰਕਾਰ ਤੱਕ ਪਹੁੰਚਦਾ ਕਰਿਆ ਗਿਆ। ਉਹ ਕਹਿੰਦੇ ਵੀ ਯਾਰ ਇਹ ਤਾਂ ਸਾਰੀਆਂ ਗੱਲਾਂ ਹੀ ਲੋਕਾਂ ਦੇ ਹੱਕ ਦੀਆਂ ਕਰ ਰਹੇ ਨੇ, ਇਤਿਹਾਸ ਨੂੰ ਬਚਾਉਣ ਦੀਆਂ ਗੱਲਾਂ, ਸਾਡੀ ਪੜ੍ਹਾਈ ਨੂੰ ਬਚਾਉਣ ਦੀਆਂ, ਸਾਡੇ ਭਵਿੱਖ ਨੂੰ, ਸਾਡੇ ਬੱਚਿਆਂ ਨੂੰ ਬਚਾਉਣ ਦੀਆਂ ਗੱਲਾਂ, ਸਾਡੇ ਅਨਾਜ ਨੂੰ, ਸਾਡੇ ਕਿਸਾਨ ਨੂੰ ਬਚਾਉਣ ਦੀਆਂ ਗੱਲਾਂ। ਉਹ ਕਹਿੰਦੇ ਐ ਨਹੀਂ ਜੀ, ਅਸੀਂ ਤਾਂ ਕਾਰਪੋਰੇਟਸ ਦੀ ਲਾਉਣ ਨੂੰ ਫਿਰਦੇ ਆਂ ਵੀ ਇਹ ਤਾਂ ਲੋਕਾਂ ਦਾ ਰਾਜ ਹੋ ਜਾਊਗਾ ਇੱਥੇ। ਸੰਤ ਜਰਨੈਲ ਜੀ ਤਾਂ ਹੀ ਕਹਿੰਦੇ ਸੀ ਨਾ ਵੀ ਸਾਡਾ ਰਾਜ ਖਾਲਸਾ ਰਾਜ, ਵੀ ਖਾਲਸਾ ਦਾ ਰਾਜ ਹੋਊਗਾ, ਸਾਰੇ ਲੋਕ ਖੁਸ਼ ਹੋਣਗੇ, ਸਮਾਜ 'ਚ ਚੰਗੀ ਤਰੀਕੇ ਦੀ ਜ਼ਿੰਦਗੀ ਜਿਉਣਗੇ। ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਜੀ ਇੱਕ ਮੁੱਦਾ ਉਠਾ ਕੇ ਸਾਡੇ ਜਰਨੈਲ ਜੀ ਨੂੰ ਉੱਥੇ ਸ਼ਹੀਦ ਕਰਿਆ ਗਿਆ। ਪ੍ਰੋਪੋਗੰਡਾ ਨਹੀਂ ਹੁੰਦਾ, ਇੱਕ ਮਾਹੌਲ ਤਿਆਰ ਕਰਕੇ ਵੀ ਇਹ ਗਲਤ ਮੰਗ ਕਰ ਰਹੇ ਨੇ, ਅਲੱਗ ਰਾਜ ਦੀ ਮੰਗ ਕਰ ਰਹੇ ਨੇ। ਉਹ ਜੀ ਜੇ ਅੱਜ ਦੇ ਇਤਿਹਾਸ 'ਚ ਜੇ ਸੰਤ ਜਰਨੈਲ ਸਿੰਘ ਖਾਲਸਾ ਅੱਜ ਹੁੰਦੇ, ਜਿੰਦਾ ਹੁੰਦੇ, ਵੀ ਇਹ ਮੋਰਚਾ ਸ਼ਾਇਦ ਲੋੜ ਹੀ ਨਾ ਪੈਂਦੀ ਇਸ ਮੋਰਚੇ ਦੀ। ਹਾਂਜੀ ਜ਼ਰੂਰ, ਜੇ ਉਹ ਜਿੰਦਾ ਰਹਿੰਦੇ, ਉਹ ਆਪਦੇ ਮੁੱਦਿਆਂ ਨੂੰ ਮਨਵਾਉਂਦੇ ਸਹੀ ਤਰੀਕੇ ਨਾਲ, ਉਹਨਾਂ ਨੇ ਮਨਵਾ ਕੇ ਸਹੀ ਤਰੀਕੇ ਨਾਲ ਮੁੱਦਿਆਂ ਨੂੰ, ਆਪਣੇ ਕਿਸਾਨ ਨੂੰ ਉਹਨਾਂ ਦੇ ਹੱਕ ਦਿਵਾ ਦੇਣੇ ਸੀ। ਅੱਜ ਨੂੰ ਸਾਡਾ ਅਲੱਗ ਹੀ ਉਹ ਹੋਣਾ ਸੀਗਾ ਰੁਝਾਨ, ਅਸੀਂ ਆਪਦੇ ਇਤਿਹਾਸ ਨੂੰ ਬਚਾ ਰਹੇ ਹੁੰਦੇ। ਜਿਹੜਾ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਉਹ ਤੇ ਪਰਦਾ ਨਹੀਂ ਪਾ ਰਹੇ ਹੁੰਦੇ, ਉਤੇ ਪਰਦਾ ਪਾਇਆ ਗਿਆ ਜੀ, ਸਾਡੇ ਇਤਿਹਾਸ ਨੂੰ ਧੁੰਦਲਾ ਕਰਿਆ ਗਿਆ, ਧੁੰਦਲਾ। ਸਾਡੇ ਜਵਾਕਾਂ ਤੋਂ ਸਾਡੇ ਵਿਰਸੇ ਨੂੰ ਅੱਡ ਕਰਿਆ ਗਿਆ। ਸਾਡੇ ਜਵਾਕਾਂ ਨੂੰ ਇਹ ਨਹੀਂ ਪਤਾ, ਜੇ ਤੁਸੀਂ ਅੱਜ ਇਹ ਜਵਾਕਾਂ ਨੂੰ ਜਾ ਕੇ ਹਰਮੰਦਰ ਸਾਹਿਬ ਕਹੋਗੇ ਵੀ ਇੱਥੇ ਪੁੱਤ ਅਟੈਕ ਹੋਇਆ ਸੀ, ਖਾਲਸਾ ਜੀ ਉਹ ਤੁਹਾਡੀ ਗੱਲ ਨਹੀਂ ਮੰਨਣਗੇ। ਉਹ ਡੈਡ ਆਪਦੇ ਤੁਹਾਨੂੰ ਕਹਿਣਗੇ ਵੀ ਪਾਪਾ ਤੁਸੀਂ ਉਹੀ ਕਹਿ ਰਹੇ ਹੋ, ਇੱਥੇ ਤਾਂ ਕੁਝ ਵੀ ਨਹੀਂ ਹੋਇਆ ਇਦਾਂ ਦਾ। ਜੇ ਤੁਸੀਂ ਗੋਲੀਆਂ ਦੇ ਨਿਸ਼ਾਨ ਵੀ ਦਿਖਾਓਗੇ ਨਾ ਬੱਚਿਆਂ ਨੂੰ, ਤਾਂ ਉਹਨਾਂ ਨੂੰ ਵੀ ਕਿੰਨੀ ਸੁੰਦਰਤਾ ਨਾਲ ਰੀਪ੍ਰੈਜ਼ੈਂਟ ਕਰ ਦਿੱਤਾ ਗਿਆ ਵੀ ਇਹ ਤਾਂ ਪੁੱਤ ਹੋਇਆ ਹੀ ਨਹੀਂ ਇਤਿਹਾਸ 'ਚ। ਕਿਉਂ ਧੁੰਦਲਾ ਪਾਇਆ ਗਿਆ ਜੀ ਇਤਿਹਾਸ ਨੂੰ? ਕਿਉਂ ਸਾਡੇ ਉਹ ਮਤੇ ਨੂੰ ਕਿਉਂ ਨਹੀਂ ਉੱਥੇ ਮੂਹਰੇ ਰੱਖਿਆ ਗਿਆ? ਕਿਉਂ ਉੱਤੇ ਉਹ ਚੜਾ ਦਿੱਤਾ ਗਿਆ? ਕਿਉਂ ਜਦੋਂ ਸਾਡੇ ਉੱਥੇ ਗੱਲ ਹੋ ਗਈ ਸੀ ਵੀ ਭਾਈ ਸਾਕੇ ਤੋਂ ਬਾਅਦ ਵੀ ਆਪਾਂ ਇੱਕ ਇੱਕ ਇੱਟ ਲਾਉਣੀ ਆ, ਇੱਕ ਇੱਕ ਇੱਟ ਲਾਉਣ ਦਾ ਮਤਲਬ ਐ ਨਹੀਂ ਸੀ ਵੀ ਇੱਕੋ ਲਗਤ ਬਣਾ ਦਿਓ ਇਹਨੂੰ, ਇਮਾਰਤ ਨਹੀਂ ਸੀ ਉਹ। ਉੱਥੇ ਅਟੈਕ ਹੋਇਆ ਸੀ, ਉਹਨਾਂ ਨੂੰ ਪਤਾ ਸੀ ਵੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇਖਣਗੀਆਂ, ਉਹਨਾਂ ਦੇ ਖੂਨ 'ਚ ਜਜ਼ਬਾ ਹੋਊਗਾ ਵੀ ਆਪਾਂ ਨੂੰ ਕੀ ਕੀ ਕੁਰਬਾਨੀਆਂ ਹੋਈਆਂ। ਉਹ ਤਾਂ ਸਭ ਕੁਝ ਤੁਸੀਂ ਮਿਟੇ ਕੇ ਰੱਖਤਾ, ਮਿਟੇ ਕੇ ਰੱਖ ਕੇ ਉੱਥੇ ਤੁਸੀਂ ਰੀਪ੍ਰੈਜ਼ੈਂਟ ਕੀ ਕਰ ਰਹੇ ਹੋ? ਹੁਣ ਸਾਡੇ ਇੱਕ ਗੱਲ ਦੇਖੀ ਜਾਂਦੀ ਆ, ਜਦੋਂ ਚਾਰ ਗੁਰਸਿੱਖ ਬੰਦੇ ਖੜੇ ਨੇ ਤਾਂ ਉਹਨਾਂ ਨੂੰ ਖਾਲਿਸਤਾਨੀ ਕਿਹਾ ਜਾਂਦਾ। ਕਿਉਂ ਜੀ? ਅਸੀਂ ਉਹ ਕੌਮ ਆ ਜਿਹੜੇ ਹਿੰਦੂਆਂ ਲਈ ਮਰੇ, ਅਸੀਂ ਉਹ ਕੌਮ ਆ ਜਿਨ੍ਹਾਂ ਨੇ ਜਿੱਥੇ ਵੀ ਜ਼ਬਰ ਜ਼ੁਲਮ ਹੋਇਆ ਉੱਥੇ ਜਾ ਕੇ ਲੜੇ। ਮੈਂ ਇਹੀ ਗੱਲ ਕਹਾਂਗਾ ਕਿ ਇੱਥੇ ਸ਼ਾਇਦ ਅਸੀਂ ਜੇ ਸ਼ਬਦ ਵੀ ਨਾ ਯੂਜ਼ ਕਰੀਏ ਹਿੰਦੂ ਤਾਂ ਵੀ ਉਹ ਰਹੂਗਾ, ਕਿਉਂਕਿ ਸਿੱਖ ਤਾਂ ਇਹੋ ਜਿਹੀ ਕੌਮ ਹੈਗੀ ਆ, ਭਾਵੇਂ ਕਿਸੇ ਤੇ ਵੀ ਭੀੜ ਪੈ ਜੇ, ਭਾਵੇਂ ਮੁਸਲਮਾਨ ਤੇ ਪੈ ਜੇ, ਹਿੰਦੂ ਤੇ ਪੈ ਜੇ, ਕ੍ਰਿਸਚਨ ਤੇ ਪੈ ਜੇ, ਭਾਵੇਂ ਕੋਈ ਰੱਬ ਨੂੰ ਮੰਨਦਾ ਵੀ ਨਾ ਹੋਵੇ। ਇਹ ਜੀ ਮੈਂ ਰਿਅਲਾਈਜ਼ ਕਰਦਾ, ਚਲੋ ਬਾਈ ਜੀ ਉਹਨਾਂ ਨੇ ਗੱਲ ਕਰੀ, ਮੈਂ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕਰਦਾ। ਇਹ 'ਚ ਮੈਂ ਕੁਰਬਾਨੀਆਂ ਗਿਣਾਉਣ ਦੀ, ਦੇਖੋ ਗਿਣਾਉਣ ਦੀ ਸਾਨੂੰ ਲੋੜ ਨਹੀਂ, ਤੁਸੀਂ ਇਤਿਹਾਸ ਦੇ ਪੰਨੇ ਫਰੋਲੋ, ਉਹ 'ਚ ਸਿੱਖ ਧਰਮ ਦੀਆਂ ਕੀ ਕੀ ਕੁਰਬਾਨੀਆਂ, ਕੀ ਕੀ ਯੋਗਦਾਨ ਨੇ, ਉਹ ਤੁਹਾਡੇ ਮੂਹਰੇ ਆ ਜਾਣਗੇ। ਉਹ ਸਾਨੂੰ ਦੱਸਣ ਦੀ ਲੋੜ ਨਹੀਂ, ਉਹ ਸਾਡੀ ਦਸਤਾਰ ਦੱਸ ਦਿੰਦੀ ਹੈ ਜਿਹੜੇ ਗੁਰਸਿੱਖ ਬੰਨ੍ਹਦੇ ਨੇ ਜੀ। ਚਲੋ ਅਸੀਂ ਨਹੀਂ ਬੰਨ੍ਹਦੇ, ਉਹ ਸਾਡੀ ਉਹ ਆ ਵੀ ਸਾਡੀ ਗਲਤੀਆਂ ਨੇ, ਜਾਂ ਸਮਾਜਿਕ ਤੌਰ 'ਤੇ ਕਿਵੇਂ ਹੀ ਲਾ ਲਓ। ਇਹ ਅਸਾਂ ਪਰ ਇਹ ਵੀ ਕੋਈ ਪਤਾ ਨਹੀਂ ਉਹਦੀ ਕਿਰਪਾ ਕਦੋਂ ਹੋ ਜਾਂਦੀ ਆ। ਕਿਰਪਾ ਜੀ ਬਾਬਾ ਜੀ ਦੀ ਕਦੋਂ ਵੀ ਹੋ ਸਕਦੀ ਆ, ਇਤਿਹਾਸ ਨਾਲ ਜੁੜਨਾ ਹੋਵੇ। ਇਹ ਬਾਬਾ ਜੀ ਨੇ ਕਿਹਾ ਸੀਗਾ, ਕਹਿੰਦੇ ਇਹ ਨਹੀਂ ਮਸਲਾ ਨਹੀਂ ਰੱਖਦਾ ਵੀ ਤੁਸੀਂ ਕਿੱਦਾਂ ਦੀ, ਤੁਹਾਡੀ ਸੋਚ ਕਿੱਦਾਂ ਦੀ ਆ, ਤੁਸੀਂ ਸੋਚਦੇ ਕਿਵੇਂ ਹੋ, ਤੁਹਾਡੀ ਜ਼ਮੀਰ ਤਾਂ ਨਹੀਂ ਮਰੀ। ਉਹ ਕਹਿੰਦੇ ਸੀ ਵੀ ਸਰੀਰ ਦੇ ਮਰਨ ਨੂੰ ਮੈਂ ਮਰਨ ਨਹੀਂ ਕਹਿੰਦਾ, ਜ਼ਮੀਰ ਦੇ ਮਰਨ ਨੂੰ ਮੌਤ ਮੰਨਿਆ ਜਾਂਦਾ, ਜ਼ਮੀਰ ਦੇ ਮਰਨ ਨੂੰ ਮੌਤ ਮੰਨਿਆ ਜਾਂਦਾ। ਇਹ ਜਰਨੈਲ ਜੀ ਨੇ ਕਿਹਾ ਸੀ। ਅੱਛਾ, ਮੈਂ ਹੁਣ ਜਿੱਦਾਂ ਪਹਿਲਾਂ ਜ਼ਿਕਰ ਵੀ ਕੀਤਾ ਹੈਗਾ, ਤੁਹਾਡੇ ਦਾਦਾ ਜੀ
ਸਰਦਾਰ ਉਰਦੂ ਸਿੰਘ ਮਾਨਸਾ, ਇੱਕ ਪਿਛੋਕੜ ਵੀ ਹੈਗਾ ਤੁਹਾਡਾ ਹੈ ਨਾ ਜੀ, ਤੇ ਕਿਸਾਨ ਆਗੂ ਹੈਗੇ ਆ, ਤੇ ਇੱਕ ਪ੍ਰੈਸ਼ਰ ਵੀ ਹੁੰਦਾ ਵੀ ਜਾ ਰਹੇ ਆ, ਜਿੱਦਾਂ ਹੁਣ ਵੀ ਉੱਥੇ ਬੈਠੇ ਹੈਗੇ ਆ ਦਾਦਾ ਜੀ, ਥੋੜਾ ਜਿਹਾ ਮਾਈਂਡ ਤੇ ਪ੍ਰੈਸ਼ਰ ਵੀ ਹੁੰਦਾ ਵੀ ਯਾਰ ਕੀ ਬੋਲਾਂ ਮੈਂ ਕੀ ਨਹੀਂ ਬੋਲਣਾ। ਇੱਕ ਬੰਦਾ ਹੁੰਦਾ ਵੀ ਜਿਹਦਾ ਕੋਈ ਪਿਛੋਕੜ ਨਹੀਂ ਹੈਗਾ, ਉਹ ਥੋੜਾ ਜਿਹਾ ਕਦੇ ਇਦਾਂ ਮਹਿਸੂਸ ਹੋਇਆ ਵੀ ਥੋੜੀ ਜੀ ਲਿਮਿਟੇਸ਼ਨ ਹੈਗੀ ਆ? ਨਹੀਂ, ਲਿਮਿਟ ਕੋਈ ਨਹੀਂ ਗੱਲ ਕਰਦਾ ਜੀ। ਮੈਂ ਤੁਹਾਡੇ ਮੂਹਰੇ ਜਿੰਨਾ ਤੁਹਾਨੂੰ ਬਿਆਨਬਾਜ਼ੀ ਦਿੱਤੀ ਆ, ਜਿੰਨੀ ਮੇਰੇ ਅੰਦਰੋਂ ਰੂਹ ਚੋਂ ਆਉਂਦੀ ਆ, ਨਾ ਤਾਂ ਇੱਥੇ ਕੋਈ ਆਪਾਂ ਕੋਈ ਪੜ੍ਹ ਕੇ ਬੋਲ ਰਹੇ ਆ ਨਾ ਕੁਝ ਹੋਰ ਆ। ਸਾਨੂੰ ਸਾਡੇ ਇਤਿਹਾਸ ਬਾਰੇ, ਸਾਨੂੰ ਸਾਡੇ ਸਾਕਿਆਂ ਬਾਰੇ ਜਾਣੂ ਆ। ਅਸੀਂ ਆਪਦਾ ਇਤਿਹਾਸ ਉਹ ਲੋਕਾਂ ਜਿਹੜੇ ਐ ਮੂਹਰੇ ਕਰਨ ਲੱਗੇ, ਅਸੀਂ ਸ਼ਰਮਾ ਹੀ ਨਹੀਂ ਸਕਦੇ। ਅਸੀਂ ਕੁਰਬਾਨੀਆਂ, ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ, ਅੱਜ ਉਹਨਾਂ ਦੀ ਕੁਰਬਾਨੀਆਂ ਕਰਕੇ ਅੱਜ ਜੇ ਅਸੀਂ ਬੈਠੇ ਆ ਇੱਥੇ, ਅੱਜ ਜੇ ਅਸੀਂ ਸਾਡੇ ਇੱਥੇ ਕਿਸਾਨ ਬੈਠੇ ਨੇ ਤਾਂ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਬੈਠੇ ਆ। ਕੋਈ ਕਿਸੇ ਦਾ ਪ੍ਰੈਸ਼ਰ ਨਹੀਂ ਸੀ। ਸਾਨੂੰ ਪਹਿਲੇ ਦਿਨੋਂ ਹੀ ਪਰਿਵਾਰ 'ਚ ਖੁੱਲ੍ਹ ਸੀ। ਛੋਟੇ ਛੋਟੇ ਹੁੰਦਿਆਂ ਨੂੰ ਸਾਨੂੰ ਭਗਤ ਸਿੰਘ ਬਾਰੇ ਦੱਸਿਆ ਗਿਆ ਵੀ ਭਗਤ ਸਿੰਘ ਕੌਣ ਸੀ। ਭਗਤ ਸਿੰਘ ਇੱਕ ਚੰਗੇ ਘਰੋਂ ਸੀ, ਚੰਗੀ ਜ਼ਮੀਨ ਦਾ ਮਾਲਕ ਸੀ। ਉਹਨੂੰ ਪਤਾ ਸੀ ਵੀ ਸਾਡੇ ਦੇਸ਼ ਨੂੰ ਚਾਹੀਦਾ ਕੀ ਆ। ਉਹ ਤਾਂ ਲੜਿਆ ਨਾ, ਉਹਨੇ ਦਿਖਾਤਾ ਨਾ, ਰਾਜ ਪਲਟਾ ਕੇ ਦਿਖਾਤਾ ਨਾ ਵੀ ਸਰਕਾਰ ਨੂੰ ਕਿੱਥੋਂ ਤੱਕ ਅਸੀਂ ਮਾਰ ਕਰ ਸਕਦੇ ਹਾਂ। ਉਹ ਤਾਂ ਨੀਤੀਆਂ ਸਰਕਾਰਾਂ ਦੀਆਂ ਮਾੜੀਆਂ ਸੀ ਜਿਹੜਾ ਭਗਤ ਸਿੰਘ ਨੂੰ ਬਚਾ ਨਹੀਂ ਸਕੇ। ਉਦੋਂ ਦੀਆਂ ਸਰਕਾਰਾਂ ਦੀਆਂ ਜਿਹੜੀਆਂ ਨਾਕਾਮੀਆਂ, ਮੈਂ ਮੰਨਦਾ ਉਹ ਚੀਜ਼ ਨੂੰ। ਉਹ ਤੁਸੀਂ ਇਹ ਚੀਜ਼ ਨੂੰ ਦੇਖਦੇ ਹੋ ਵੀ ਜਿੱਦਾਂ ਆਜ਼ਾਦੀ ਦੀ ਜੇ ਤੁਸੀਂ ਗੱਲ ਕੀਤੀ ਹੈ ਹੁਣ, ਤਾਂ ਭਗਤ ਸਿੰਘ ਸੀਗੇ, ਇੱਕ ਪਾਸੇ ਮਹਾਤਮਾ ਗਾਂਧੀ ਸੀਗੇ, ਇੱਕ ਪਾਸੇ ਸੁਭਾਸ਼ ਚੰਦਰ ਬੋਸ ਸੀਗੇ। ਤਾਂ ਬੇਸ਼ੱਕ ਸਾਰਿਆਂ ਦੀ ਸੋਚਣੀ ਅਲੱਗ-ਅਲੱਗ ਸੀਗੀ, ਪਰ ਆਜ਼ਾਦੀ ਤਾਂ ਸਾਰਿਆਂ ਦੇ ਹਿੱਸੇ ਮਤਲਬ ਕਿ ਯੋਗਦਾਨ ਦੇ ਨਾਲ ਹੀ ਮਿਲੀ ਹੈਗੀ ਆ। ਇੱਥੇ ਵੀ ਜੇ ਅੱਜ ਦੀ ਅਸੀਂ ਗੱਲ ਕਰੀਏ ਤਾਂ ਇੱਕ ਪਾਸੇ ਅਸੀਂ ਕਾਮਰੇਡਾਂ ਦੀ ਗੱਲ ਕਰਦੇ ਹਾਂ, ਇੱਕ ਪਾਸੇ ਪੰਥਕਾਂ ਦੀ ਗੱਲ ਕਰਦੇ ਹਾਂ, ਇੱਕ ਪਾਸੇ ਜੇ ਦੂਜੀ ਧਿਰ ਦੀ ਗੱਲ ਕਰ ਲਈਏ ਤਾਂ ਇੱਕ ਪਾਸੇ ਕਹਿੰਦੇ ਵੀ ਨੌਜਵਾਨੀ ਹੈ, ਇੱਕ ਪਾਸੇ ਕਹਿੰਦੇ ਵੀ ਇਹ ਬਜ਼ੁਰਗ ਹੈਗੇ ਆ। ਸੋ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਇੱਕਾ ਜਿਹਾ ਵੀ ਹੋਣਾ ਚਾਹੀਦਾ ਜਿਹੜਾ ਉਹ ਹਾਲੇ ਤੱਕ ਕਿਤੇ ਨਜ਼ਰ ਨਹੀਂ ਆਇਆ ਜਾਂ ਉਹ ਸਾਹਮਣੇ ਨਹੀਂ ਆਇਆ ਹੈ? ਜੇ ਇੱਕਾ ਹੈਗਾ ਤਾਂ ਸਾਹਮਣੇ ਨਹੀਂ ਆ ਰਿਹਾ। ਏਕਾ ਜੀ, ਏਕਾ ਸਾਹਮਣੇ ਵੀ ਆ, ਬਾਕੀ ਕੁਛ ਕੁ ਲੋਕ ਹੁੰਦੇ ਹੀ ਨੇ ਜਿਹੜੇ ਇਹ ਚੀਜ਼ ਨੂੰ ਮੰਨਦੇ ਵੀ ਵਖਰੇਵੇਂ ਹੋਣੇ ਚਾਹੀਦੇ ਆ, ਪਰ ਇਹ ਨਹੀਂ ਕਿ ਅਸੀਂ ਆਪਸ ਦੇ ਵਿੱਚ ਹੀ ਕਰਦੇ ਰਹੀਏ। ਜੇ ਹੁਣ ਸਾਡੀ ਕੋਈ ਆਲੋਚਨਾ ਹੀ ਨਹੀਂ ਕਰੂਗਾ ਜੀ, ਜੇ ਸਾਨੂੰ ਕੋਈ ਰਾਹ ਹੀ ਨਹੀਂ ਜੇ ਹੁਣ ਤੁਸੀਂ ਮੈਨੂੰ ਸਹੀ ਕਹੀ ਜਾਓਗੇ, ਫਿਰ ਮੈਂ ਜੇ ਮੇਰੀ ਗਲਤੀ ਵੀ ਹੋਈ ਫਿਰ ਤੁਸੀਂ ਉਹ 'ਤੇ ਵੀ ਮੈਨੂੰ ਸਹੀ ਕਹਿ ਦੋਗੇ। ਆਲੋਚਕ ਹੋਣੇ ਜ਼ਰੂਰੀ ਨੇ ਸਾਡੇ। ਗੱਲ ਕਰ, ਤੁਸੀਂ ਇੱਕ ਗੱਲ ਸਮਝੋ, ਸੋਚ ਸਮਝ ਕੇ ਗੱਲ ਕਰੋ, ਸੋਚ ਸਮਝ ਕੇ ਸਮਝੋ। ਕੋਈ ਮਾੜਾ ਨਹੀਂ ਹੁੰਦਾ ਬੰਦਾ, ਕੋਈ ਕਿਸੇ ਧਰਮ ਦੇ ਖਿਲਾਫ ਨਹੀਂ ਹੁੰਦਾ। ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਮੰਨੋ, ਆਪਦੇ ਕੋਲੋਂ ਨਾ ਕ੍ਰੀਏਟ ਕਰੋ, ਆਪਦੇ ਕੋਲੋਂ ਕਿਸੇ ਵੀ ਤਰੀਕੇ ਦੀ ਇਹੋ ਜਿਹੀ ਗੱਲ ਨਾ ਕਰੋ ਜਿਹੜੀ ਸਾਡੇ ਸਮਾਜ ਨੂੰ ਨੁਕਸਾਨ ਪਹੁੰਚਾਵੇ ਜਾਂ ਕਿਸੇ ਵੀ ਧਰਮ ਨੂੰ ਜਾਂ ਕਿਸੇ ਵੀ ਬੰਦੇ ਨੂੰ ਟਾਰਗੇਟ ਕਰੇ। ਉਸ ਤਰੀਕੇ ਦੀ ਕੋਈ ਵੀ ਬਿਆਨਬਾਜ਼ੀ ਨਾ ਦਿਓ ਜੀ। ਜੋ ਸੱਚ ਹੈ ਉਹ ਲੋਕਾਂ ਮੂਹਰੇ ਆਉਣਾ ਜ਼ਰੂਰੀ ਆ। ਆਪਣੇ ਬਖਰੇਵਿਆਂ ਨੂੰ ਪਰਾਂ ਰੱਖ ਕੇ ਹੁਣ ਸਾਨੂੰ ਸਾਡੇ ਬਾਬੇ ਨਾਨਕ ਦੀ ਖੇਤੀ ਨੂੰ ਬਚਾਉਣ ਦੀ ਲੋੜ ਆ। ਜਿਹੜੇ ਸਾਡੇ ਮੇਨ ਮੁੱਦੇ ਨੇ, ਪਹਿਲਾ ਧਰਮ ਕਿਸਾਨੀ ਬਾਬਾ ਨਾਨਕ ਜੀ ਨੇ ਕਹਿਤਾ ਸੀ, ਠੀਕ ਹੈ ਜੀ। ਉਹਨਾਂ ਨੇ ਸਭ ਕੁਝ ਕਰਕੇ ਦੇਖ ਲਿਆ, ਉਹਨਾਂ ਨੇ ਨੌਕਰੀ ਕਰਕੇ ਦੇਖ ਲਈ, ਉਹਨਾਂ ਨੇ ਵਪਾਰ ਕਰਕੇ ਦੇਖ ਲਿਆ। ਉਹਨਾਂ ਨੇ ਅੰਤ ਜਾ ਕੇ ਖੇਤੀ ਨੂੰ ਉੱਤਮ ਕਿਹਾ। ਕਹਿੰਦੇ ਵੀ ਖੇਤੀ ਨਾਲ ਆਪਾਂ ਅਨਾਜ ਪੈਦਾ ਕਰਦੇ ਹਾਂ। ਇੱਕ ਭੁੱਖੇ ਦੇ ਢਿੱਡ 'ਚ ਅਨਾਜ ਜਾਂਦਾ, ਉਹ ਜਦੋਂ ਤੁਸੀਂ ਰੋਟੀ ਖਾਂਦੇ ਹੋ ਨਾ, ਉਦੋਂ ਆਪਾਂ ਰੱਬ ਦਾ ਸ਼ੁਕਰ ਕਰਦੇ ਹਾਂ। ਮੈਨੂੰ ਉਹ ਤਾਂ ਖੈਰ ਸਾਨੂੰ ਸਿਖਾਉਣ ਵਾਸਤੇ ਹੀ ਆਏ ਸੀਗੇ, ਤਾਂ ਹੀ ਸ਼ਾਇਦ ਸਾਰੇ ਉਹਨਾਂ ਨੇ ਕੀਤੇ ਵੀ ਕੋਈ ਵੀ ਕੀਤਾ ਖੈਰ ਮਾੜਾ ਵੀ ਨਹੀਂ ਹੈਗਾ। ਪਰ ਤੁਹਾਨੂੰ ਲੱਗਦਾ ਜਿੱਦਾਂ ਹੁਣ ਤੁਸੀਂ ਬਾਬਾ ਨਾਨਕ ਜੀ ਦੀ ਗੱਲ ਕੀਤੀ ਹੈਗੀ ਆ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੀ ਸ਼ਹੀਦੀ ਦਿੱਤੀ ਸੀਗੀ। ਜਹਾਂਗੀਰ ਨੇ ਜਦੋਂ ਧੱਕਾ ਕੀਤਾ, ਉਹਨਾਂ ਨੇ ਕਿਹਾ ਵੀ ਟੈਕਸ ਅਸੀਂ ਲੈਣਾ ਹੈਗਾ, ਤਾਂ ਉਹਦੇ ਵਿਰੁੱਧ ਉਹਨਾਂ ਨੂੰ ਸ਼ਹੀਦੀ ਦੇਣੀ ਪਈ ਹੈਗੀ ਆ। ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਕਹਿ ਲਓ ਕਿ ਜਦੋਂ ਭੀੜ ਪੈ ਗਈ ਸੀਗੀ, ਜਿਵੇਂ ਲਾਏ ਜਾ ਰਹੇ ਸੀਗੇ ਹਿੰਦੂ ਧਰਮ ਦੇ, ਤਾਂ ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਾਰਾ ਜੀਵਨ ਹੀ ਜੱਦੋ ਜਹਿਦ ਦੇ ਵਿੱਚ ਗੁਜ਼ਰਿਆ ਹੈਗਾ, ਜੰਗਾਂ ਕੀਤੀਆਂ। ਉਹ ਤੋਂ ਬਾਅਦ ਜੇ ਆਜ਼ਾਦੀ ਦੀ ਗੱਲ ਕਰ ਲਈਏ ਤਾਂ ਸਾਡੇ ਕਿੰਨੇ ਹੀ ਜਿਹੜੇ ਮਹਾਨ ਯੋਧੇ ਨੇ ਉਹਨਾਂ ਨੇ ਆਪਣੀ ਜਾਨ ਵਾਰੀ ਹੈਗੀ ਆ। ਭਗਤ ਸਿੰਘ ਹੋ ਗਏ, ਸ਼ਹੀਦ ਊਧਮ ਸਿੰਘ ਹੋ ਗਏ, ਕਰਤਾਰ ਸਿੰਘ ਸਰਾਭਾ ਹੋ ਗਏ। ਤਾਂ ਉਹ ਤੋਂ ਬਾਅਦ 84 ਦੀ ਗੱਲ ਕਰੀਏ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੱਡਰਾਂ ਵਾਲੇ ਹੋ ਗਏ। ਸੋ ਇਹ ਇਤਿਹਾਸ ਹੀ ਦੱਸਦਾ ਸਾਨੂੰ ਵੀ ਜਿਹੜੀ ਕ੍ਰਾਂਤੀ ਹੁੰਦੀ ਆ ਉਹ ਕਦੇ ਮਤਲਬ ਕਿ ਆਪਣੇ ਆਪ ਮਟਾਉਣਾ ਪੈਂਦਾ ਕ੍ਰਾਂਤੀ ਦੇ ਲਈ। ਤੁਸੀਂ ਮੰਨਦੇ ਹੋ ਵੀ ਅੱਜ ਵੀ ਇੱਕ ਇਹੋ ਜਿਹੀ ਭੀੜ ਆਈ ਹੋਈ ਆ ਵੀ ਸਾਨੂੰ ਇੰਨਾ ਕੁ ਜਜ਼ਬਾ ਹੋਣਾ ਚਾਹੀਦਾ ਵੀ ਸਾਡੀ ਜੇ ਜਿੱਦਾਂ ਬਹੁਤ ਸਾਰੇ ਸਾਡੇ ਕਿਸਾਨ ਵੀਰਾਂ ਦੀ ਇੱਥੇ ਸ਼ਹਾਦਤ ਵੀ ਹੋਈ ਆ, ਪਰ ਇੰਨਾ ਜਜ਼ਬਾ ਸਾਡੇ ਅੰਦਰ ਹੋਣਾ ਚਾਹੀਦਾ ਜੇ ਅਸੀਂ ਚਾਹੁੰਦੇ ਹਾਂ ਕਿ ਕ੍ਰਾਂਤੀ ਹੋਵੇ, ਕਿਉਂਕਿ ਇੱਕ ਕ੍ਰਾਂਤੀ ਹੀ ਇੱਥੇ ਚਾਹੀਦੀ ਹੈਗੀ ਆ। ਕਿਉਂਕਿ ਹੁਣ ਬਿਲਕੁਲ ਗੱਲਬਾਤ ਤਾਂ ਰੁਕੀ ਹੋਈ ਆ, ਪਰ ਦੂਜੇ ਪਾਸੇ ਜਿਹੜੀ ਸਰਕਾਰੀ ਧਿਰ ਆ ਉਹ ਤਾਂ ਇਹ ਕਹਿ ਰਹੀ ਹੈ ਕਿ ਇਹ ਜਿਹੜੇ ਬਿੱਲ ਨੇ ਬਿਲਕੁਲ ਹੀ ਕਿਸਾਨਾਂ ਦੇ ਪੱਖ ਦੇ ਹੀ ਨੇ, ਤੇ ਦੂਜੇ ਪਾਸੇ ਇਹ ਕਹਿ ਦਿੰਦੇ ਆ ਕਿ ਬਹੁਤ ਸਾਰੇ ਕਿਸਾਨ ਨੇ ਉਹ ਇਹ ਮੰਨਦੇ ਆ ਕਿ ਇਹ ਹਾਂਜੀ ਸਾਡੇ ਪੱਖ ਦੇ ਆ। ਕਿਸਾਨ ਜਥੇਬੰਦੀਆਂ ਵੀ ਆ ਗਈਆਂ, ਇਹ ਬਹੁਤ ਸਾਰੀਆਂ ਸ਼ਾਇਦ ਉਹਨਾਂ ਨੇ ਆਪ ਕ੍ਰੀਏਟ ਕੀਤੀਆਂ ਜਾਂ ਕਿੱਦਾਂ ਵੀ ਆ ਗਈਆਂ। ਤੁਸੀਂ ਮੰਨਦੇ ਹੋ ਵੀ ਇਹ ਜਿੱਦਾਂ ਮੈਂ ਗੱਲ ਕੀਤੀ ਸ਼ਹਾਦਤ ਬਿਨਾਂ ਕ੍ਰਾਂਤੀ ਨਹੀਂ ਆਉਂਦੀ, ਵੀ ਉਹ ਗੱਲ ਹੋਣੀ ਚਾਹੀਦੀ ਆ?
ਸ਼ਹਾਦਤਾਂ ਜੀ ਦੇਖੋ ਜਿੰਨੀਆਂ ਹੋਣੀਆਂ ਸੀ ਉਹ ਹੋ ਚੁੱਕੀਆਂ। ਹੁਣ ਸਰਕਾਰ ਨੂੰ ਸਮਝਣ ਦੀ ਲੋੜ ਆ। ਰਹੀ ਗੱਲ ਇਹ ਜਿਹੜੀਆਂ ਦੂਜੀਆਂ, ਇਹ ਆਪਦੇ ਕੋਲੋਂ ਕਿਸਾਨ ਕਿੱਥੇ ਸੁਖੀ, ਕਿੱਥੇ ਦੱਸਣਾ ਚਾਹੁੰਦੇ ਇਹ ਬਿਹਾਰ 'ਚ ਕਹਿੰਦੇ ਆ, ਯੂਪੀ ਬਿਹਾਰ 'ਚ ਕਹਿੰਦੇ ਆ ਆਪਾਂ ਚੱਲ ਵੜਦੇ ਆ, ਉੱਥੇ ਕਿਸਾਨ ਦਾ ਕੀ ਹਾਲ ਆ। ਜਦੋਂ ਫਸਲ ਪੈਦਾ ਕਰ ਲੈਂਦਾ ਜੀ, ਉਹ ਸਾਡੇ ਕੋਲੇ ਦਿਹਾੜੀ ਕਰਨ ਨਾ ਆਵੇ ਜੀ। ਪੰਜਾਬ 'ਚ ਆ ਕੇ ਉਹ ਸਾਡੇ ਕੋਲੇ ਝੋਨਾ ਲਾਉਂਦੇ ਨੇ, ਆਪਦੀਆਂ ਫਸਲਾਂ ਕਿਉਂ ਨਹੀਂ ਕਰ ਰਹੇ? ਉਹ 5-5 ਏਕੜ ਦੇ ਮਾਲਕ, 10-10 ਏਕੜ ਦੇ ਮਾਲਕ, ਉਹਨਾਂ ਦੀਆਂ ਜ਼ਮੀਨਾਂ ਬੰਜਰ ਪਈਆਂ ਨੇ। ਉਹਨਾਂ ਨੂੰ ਸਰਕਾਰ ਸਹੂਲਤਾਂ ਦੇਵੇ, ਜਿਹੜੇ ਇਹ ਸਾਡੇ ਕੋਲੇ ਨਹੀਂ। ਸਾਨੂੰ ਤਾਂ ਚਲੋ ਤੁਸੀਂ ਸਮਝਾ ਲਓ। ਇਹ ਯੂਪੀ ਬਿਹਾਰ 'ਚ ਕੀ ਤੁਹਾਡਾ ਉੱਥੇ ਤੁਸੀਂ ਇਹ ਜਾਰੀ ਕੀਤੇ ਹੋਏ ਨੇ ਇਹਨਾਂ ਨੇ ਕਾਨੂੰਨ। ਪ੍ਰਾਈਵੇਟ ਮੰਡੀ ਹੈ ਜੀ, ਉੱਥੋਂ ਮੱਕੀ ਲਿਆ ਕੇ ਜੀ ਆਪਣੇ ਪੰਜਾਬ 'ਚ ਵੇਚੀ ਜਾਂਦੀ ਹੈ 1400 ਰੁਪਏ ਕੁਆਂਟਲ। ਉੱਥੋਂ ਲਓ ਤੁਸੀਂ 600 ਰੁਪਏ ਕੁਆਂਟਲ, ਇੱਥੇ ਲਿਆ ਕੇ ਵੇਚੋ 1400 ਰੁਪਏ। ਸੁਣ ਤਾਂ 2 ਟਾਈਮਸ ਪ੍ਰੋਫਿਟ ਹੋ ਗਿਆ ਨਾ। ਇਹ ਤਾਂ ਕਾਲਾ ਬਾਜ਼ਾਰੀ ਆ। ਕਾਲਾ ਬਾਜ਼ਾਰੀ ਨੂੰ ਸੱਦਾ ਕੀ ਕਰਿਆ ਕਰਨਗੇ ਜੀ ਪੰਜਾਬ 'ਚ? ਇਹਨਾਂ ਨੇ ਪਹਿਲੀ ਤਾਂ ਆਪਾਂ ਨੂੰ ਖੇਤੀ ਤੋਂ ਵਾਂਝਾ ਹੀ ਕਰਨਾ। ਇਹਨਾਂ ਨੇ ਖੇਤੀ ਤੋਂ ਵਾਂਝਾ ਕਰ। ਇਹ ਗੱਲ ਹੈਗੀ ਆ ਔਰ ਇਹ ਵਾਜਬ ਵੀ ਹੈਗੀ ਹੈ ਗੱਲ, ਔਰ ਸਾਹਮਣੇ ਵੀ ਆਈਆਂ ਹੈ ਕਿ ਇਸ ਤਰੀਕੇ ਦੇ ਨਾਲ ਹੁੰਦਾ ਰਿਹਾ ਹੈਗਾ। ਪਰ ਜਿਵੇਂ ਹੁਣ ਇਸ ਮਸਲੇ ਦੀ ਗੱਲ ਕਰਾਂ, ਤੁਸੀਂ ਇਹਦਾ ਸੋਲੂਸ਼ਨ ਕੀ ਮੰਨਦੇ ਹੋ? ਹੁਣ ਜਿੱਦਾਂ ਕਰੋਨਾ ਦੀ ਪਾਬੰਦੀਆਂ ਲੱਗੀ ਹੋਈਆਂ ਸੀਗੀਆਂ ਤਾਂ ਪਿੱਛੇ ਜਿਹੜੇ ਐਕਸ਼ਨ ਦੇਣੇ ਸੀਗੇ ਉਹ ਵੀ ਵਾਪਸ ਲੈਂਦੇ ਰਹੇ। ਜਿੱਦਾਂ ਸੰਸਦ ਕੂਚ ਦੀ ਗੱਲ ਹੋਈ ਸੀ, ਹੋਰ ਪ੍ਰੋਗਰਾਮ ਵਾਪਸ ਲੈਣੇ ਪਏ। ਤਾਂ ਤੁਸੀਂ ਹੁਣ ਕਿੱਦਾਂ ਵੇਖਦੇ ਹੋ ਵੀ ਹੁਣ ਤੁਹਾਡੀ ਨਜ਼ਰ ਦੇ ਵਿੱਚ ਕੀ ਕਰਨਾ ਚਾਹੀਦਾ? ਕਿਉਂਕਿ ਗੱਲਬਾਤ ਬਿਲਕੁਲ ਰੁਕੀ ਹੋਈ ਆ, ਤਾਂ ਕਰੀਏ ਕੀ? ਕਿਸਾਨ ਜਥੇਬੰਦੀਆਂ ਤੁਹਾਡੀ ਨਜ਼ਰ ਦੇ ਵਿੱਚ ਕੀ ਕਰਨਾ ਚਾਹੀਦਾ ਵੀ ਇਹ ਮਸਲਾ ਥੋੜ੍ਹਾ ਜਿਹਾ ਅੱਗੇ ਨੂੰ ਵਧੇ? ਸਾਡੀ ਜੀ ਜਿੰਨੀ ਸਾਡੀ ਲੀਡਰਸ਼ਿਪ ਆ ਉਹ ਬੜੀ ਸੂਝਵਾਨ ਆ, ਤੇ ਉਹ ਇੱਥੇ ਬੈਠੇ ਨੇ ਡਟੇ ਜਚੇ ਹੋਏ ਨੇ। ਉਹ ਕੋਈ ਲੀਡਰ ਨਹੀਂ ਭੱਜਿਆ, ਆਪਦੀਆਂ ਮੰਗਾਂ ਤੋਂ ਨਹੀਂ ਭੱਜੇ, ਉੱਥੇ ਨੇ ਉਹ। ਅਸੀਂ 26 ਦਾ ਜਿਹੜਾ ਹਾਦਸਾ 26 ਦਾ ਜਿਹੜਾ ਹੋਇਆ ਉਹ ਮਿਸ ਕਮਿਊਨੀਕੇਸ਼ਨ, ਚਲੋ ਆਪਣੇ ਉਹਨਾਂ ਦੀ ਪੁਲਿਸ ਵਾਲਿਆਂ ਨੇ ਭੇਜਿਆ ਉੱਧਰ, ਉਹਨਾਂ ਨੂੰ ਕਿਵੇਂ ਕਰਕੇ ਕਰਿਆ, ਕੁਝ ਵੀ ਕਰਿਆ। ਉਹ ਚੀਜ਼ ਨੂੰ ਦੇਖ ਕੇ ਇਹ ਸਰਕਾਰ ਦੀਆਂ ਨੀਤਾਂ 'ਚ ਹੈਗੇ ਜੀ ਖੋਟ। ਜੇ ਆਪਾਂ ਕੋਈ ਵੀ ਕਿਸੇ ਵੀ ਤਰੀਕੇ ਦਾ ਇਦਾਂ ਦਾ ਐਕਸ਼ਨ ਕਰਦੇ ਹਾਂ। ਤੁਸੀਂ ਮੰਨਦੇ ਵੀ ਜਿਹੜਾ ਰਿਐਕਸ਼ਨ ਹੋਇਆ ਸੀ ਜਦੋਂ ਮੰਨ ਲਓ ਕਿ ਘਟਨਾ ਹੋ ਗਈ 26 ਵਾਲੀ, ਨਿਸ਼ਾਨ ਸਾਹਿਬ ਚਾੜਤਾ ਲਾਲ ਕਿਲੇ ਦੇ ਉੱਤੇ, ਕਿਸਾਨੀ ਝੰਡਾ ਚਾੜਤਾ, ਉਹ ਤੋਂ ਬਾਅਦ ਜਿਹੜਾ ਜਿਸ ਤਰੀਕੇ ਦੇ ਨਾਲ ਉਸ ਘਟਨਾ ਨੂੰ ਲਿਆ ਗਿਆ, ਕਿ ਉਹ ਠੀਕ ਸੀਗਾ? ਉਹ ਬਿਲਕੁਲ ਗਲਤ ਸੀਗਾ ਜੀ। ਇੱਕ ਭਾਵਨਾ ਸੀ ਲੋਕਾਂ 'ਚ, ਭਾਵੁਕ ਸੀ ਲੋਕ। ਹੁਣ ਤੁਸੀਂ ਇੱਕ ਬੰਦੇ ਨੂੰ ਫਰਸਟ੍ਰੇਟ ਕਰੀ ਜਾ ਰਹੇ ਹੋ ਯਾਰ, ਫਰਸਟ੍ਰੇਟ ਕਰੀ ਜਾ ਰਹੇ ਹੋ। ਉਹ ਅੱਕ ਜਾਂਦਾ ਬੰਦਾ, ਅੱਕ ਕੇ ਤੁੰਨੀ ਜਾਂਦੇ ਹੋ ਯਾਰ, ਤੁੰਨੀ ਜਾਂਦੇ ਹੋ। ਉਹ ਹੁਣ ਪਾਵਰਫੁਲ ਕੌਮ, ਇੱਕ ਪੂਰੀ ਕਮਿਊਨਿਟੀ ਬੈਠੀ ਆ ਇੱਥੇ, ਕਿਸਾਨ ਬੈਠੇ ਆ, ਸਾਡੇ ਜਜ਼ਬਾ ਵੀ ਆ। ਤੁਸੀਂ ਕਿਹਾ ਕੁੱਟ-ਕੁੱਟ ਕੇ ਭਰਿਆ ਹੋਇਆ ਜਜ਼ਬਾ। ਹੁਣ ਉਹ ਜਜ਼ਬੇ 'ਚ ਜਾ ਕੇ ਜੇ ਉੱਥੇ ਹੋ ਗਿਆ, ਕਿਸੇ ਵੀ ਤਰੀਕੇ ਦਾ ਕੋਈ ਹਿੰਸਾ ਨਹੀਂ ਹੋਈ, ਕਿਸੇ ਵੀ ਤਰੀਕੇ ਦਾ ਅਸੀਂ ਗਏ ਉੱਥੇ, ਅਸੀਂ ਚਲੋ ਝੰਡਾ ਚੜਾਇਆ, ਤੁਸੀਂ ਆ ਗਏ ਵਾਪਸ, ਕੋਈ ਕਿਸੇ ਤਰੀਕੇ ਦਾ ਹੋਰ ਤਾਂ ਵਾਇਲੈਂਸ ਨਹੀਂ। ਹੁਣ ਜੇ ਪੁਲਿਸ ਸਾਡੇ ਬੰਦੇ 'ਤੇ ਲਾਠੀ ਚਾਰਜ ਕਰੂ, ਉਹ ਹੁਣ ਚਲੋ ਕੁਛ ਕੁ % ਸਾਡੇ ਨੌਜਵਾਨ ਸੀਗੇ, ਜੇ ਬਈ ਗੁੱਸਾ ਆਉਂਦਾ ਹਰੇਕ 'ਚ ਆਉਂਦਾ। ਹੁਣ ਤੁਸੀਂ ਮੇਰੇ ਡਾਂਗ ਮਾਰੀ ਜਾਓ, ਮੇਰੇ ਤੁਸੀਂ 10 ਮਾਰ ਲਿਆ, ਫਿਰ ਮੈਨੂੰ ਵੀ ਗੁੱਸਾ ਤਾਂ ਆਊਗਾ ਨਾ। ਇੱਕ ਵਾਰ ਤਾਂ ਮੈਂ ਵੀ ਮੇਰਾ ਗੁੱਸੇ 'ਚ ਆਊਂਗਾ। ਉਹ ਚਲੋ ਰਿਐਕਸ਼ਨ ਦਾ ਨੁਕਸਾਨ ਹੋਇਆ, ਅਸੀਂ ਜਿਹੜੇ ਸਾਡੇ ਵੀਰ ਸਾਡੇ ਤੋਂ ਦੂਰ ਹੋਏ, ਉਹਨਾਂ ਦਿਲੋਂ ਦੁੱਖ ਆ। ਉਹ ਦੁੱਖ ਨੂੰ ਭੁਲਾਇਆ ਨਹੀਂ ਜਾ ਸਕਦਾ। ਸਾਡੇ ਕਿਸਾਨ ਆਗੂਆਂ ਨੂੰ ਜੀ, ਜਿਹੜੇ ਸਾਡੇ ਮੂਹਰੇ ਸੀਨੀਅਰ ਆਗੂ ਬੈਠੇ ਨੇ, ਮੈਂ ਮੇਰੇ ਦਾਦਾ ਜੀ ਕਰਕੇ ਨਹੀਂ ਕਹਿੰਦਾ, ਮੈਂ ਜਿੰਨੇ ਵੀ ਆਗੂ ਬੈਠੇ ਨੇ, ਜਿਹੜੇ ਇੱਥੇ ਜੱਚੇ ਬੈਠੇ ਨੇ, 32 ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ, ਇਹ ਸੂਝਵਾਨ ਆ ਜੀ, ਸਮਝਦਾਰ ਆ ਵੀ ਜੇ ਅਸੀਂ ਕਿਸੇ ਵੀ ਤਰੀਕੇ ਦਾ ਇੱਦਾਂ ਦਾ ਐਕਸ਼ਨ ਕਰਦੇ ਹਾਂ ਤਾਂ ਸਰਕਾਰ ਕੋਲੇ 100 ਤਰੀਕੇ ਨੇ ਉਹਨੂੰ ਨੁਕਸਾਨ ਪਹੁੰਚਾਉਣ ਦੇ। ਸਮਝ ਗਏ ਜੀ? ਆਪਾਂ ਗੱਲ ਸਮਝੀਏ ਇਸ ਨੂੰ। ਆਪਾਂ ਮੇਰੇ 'ਚ ਵੀ ਗੁੱਸਾ ਵੀ ਯਾਰ ਆਪਾਂ ਨੂੰ ਇੰਨਾ ਟਾਈਮ ਹੋ ਗਿਆ ਵੀ ਕਿਉਂ ਆਪਣਾ ਫੈਸਲਾ ਕਿਉਂ ਨਹੀਂ ਆ ਰਿਹਾ। ਇਹ ਆਪਣੇ ਸਬਰ ਨੂੰ ਪਰਖ ਰਹੇ ਨੇ। ਇਹਨਾਂ ਨੂੰ ਨਹੀਂ ਪਤਾ ਜੀ ਸਾਡੇ ਗੁਰੂਆਂ ਨੇ ਕਿੱਥੇ ਕਿੱਥੇ ਰਾਤਾਂ ਕੱਟੀਆਂ, ਕੰਡਿਆਂ 'ਤੇ ਸੋਏ ਨੇ ਆਪਣੇ ਗੁਰੂ ਸਾਹਿਬਾਨ, ਜਦੋਂ ਜੰਗਲਾਂ 'ਚ ਰਹੇ ਨੇ। ਇਹ ਤਾਂ ਸਾਨੂੰ ਤਾਂ ਇੱਥੇ ਸਹੂਲਤਾਂ ਮਿਲ ਰਹੀਆਂ ਜੀ। ਸਾਡੇ ਚਲੋ ਪੱਖਾ ਤਾਂ ਹੈਗਾ, ਸਾਡੇ ਕੋਲ ਛੱਤ ਤਾਂ ਹੈਗੀ ਆ, ਚਲੋ ਜਦੋਂ ਬਾਰਿਸ਼ ਆਉਂਦੀ ਆ ਕੁਝ ਨਹੀਂ ਹੁੰਦਾ, ਸਾਡੇ ਹੌਸਲੇ ਬੁਲੰਦ ਨੇ। ਜੇ ਸਾਡੇ ਤੰਬੂਆਂ ਨੂੰ ਹਿਲਾ ਜਾਂਦੀ ਆ, ਸਾਨੂੰ ਰੱਬ ਕਹਿੰਦਾ, ਰੱਬ ਸਾਨੂੰ ਜਗਾ ਕੇ ਰੱਖਦਾ ਵੀ ਨਾ ਤੁਸੀਂ ਸੌਣਾ ਨਹੀਂ, ਤੁਸੀਂ ਰਾਖੀ ਰੱਖਣੀ ਆ ਰਾਤ ਨੂੰ, ਇੱਥੇ ਜਾਗਦੇ ਰਹੋ। ਜੇ ਸੌਂਗੇ ਤੁਸੀਂ, ਤੁਹਾਨੂੰ ਨੁਕਸਾਨ ਪਹੁੰਚ ਜੂ। ਉਹ ਤਾਂ ਕਰਕੇ ਸਾਡੇ ਨਾਲ ਤਾਂ ਕੁਦਰਤ ਵੀ ਸਾਡੇ ਨਾਲ ਲੱਗੀ ਹੋਈ ਆ। ਜਿੱਤ ਆਪਣੀ ਪੱਕੀ ਆ, ਜਿੱਤਾਂਗੇ ਜ਼ਰੂਰ ਆ। ਇਹ ਜਾਰੀ ਜੰਗ ਜ਼ਰੂਰ ਆਪਾਂ ਨੂੰ ਜਾਰੀ ਰੱਖਣੀ ਪਊਗੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਸੁਖਦੀਪ ਸਿੰਘ ਸੁੱਖੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਔਰ ਬੜਾ ਚੰਗਾ ਲੱਗਿਆ। ਕਹਿੰਦੇ ਜਾਗਦੇ ਰਹੋ, ਜੇ ਸੋ ਗਏ ਫਿਰ ਨੁਕਸਾਨ ਹੋ ਜਾਣਾ। ਔਰ ਬੜਾ ਚੰਗਾ ਲੱਗਿਆ, ਖੁੱਲ੍ਹੇ ਵਿਚਾਰਾਂ ਦੇ ਨਾਲ ਅਸੀਂ ਸਾਂਝ ਪਾਈ ਆ। ਇਹ ਮੁਲਾਕਾਤ ਤੁਹਾਨੂੰ ਵੀ ਬਹੁਤ ਚੰਗੀ ਲੱਗੀ ਹੋਵੇਗੀ। ਇਤਿਹਾਸ ਕਦੇ ਨਹੀਂ ਭੁੱਲਣਾ ਚਾਹੀਦਾ ਆਪਣਾ। ਜਿੱਦਾਂ ਗੱਲ ਕੀਤੀ ਆ ਕਿ ਅੱਜ ਜੇ ਅਸੀਂ ਜਾਈਏ ਆਪਣੇ ਧਾਰਮਿਕ ਸਥਾਨਾਂ ਦੇ ਉੱਤੇ ਤਾਂ ਬੱਚੇ, ਆਉਣ ਵਾਲੀ ਪੀੜ੍ਹੀ ਜ਼ਰੂਰ ਪੁੱਛੂਗੀ ਵੀ ਉੱਥੇ ਹੋਇਆ ਕੀ ਸੀ, ਅਸੀਂ ਕੀ ਵਿਖਾਵਾਂਗੇ, ਕਿਉਂਕਿ ਸਾਡੇ ਸਬੂਤ ਹੀ ਮਿਟਾ ਦਿੱਤੇ ਗਏ ਆ। ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਧਿਆਨ ਜ਼ਰੂਰ ਕੇਂਦਰਿਤ ਹੋਣਾ ਚਾਹੀਦਾ, ਸਾਡੀ ਕੌਮ ਦਾ ਵੀ ਤੇ ਸਾਡਾ ਵੀ। ਫਿਲਹਾਲ ਦਿਓ ਇਜਾਜ਼ਤ। ਸਿੰਘੂ ਬਾਰਡਰ ਤੋਂ ਕੈਮਰੇ ਦੇ ਉੱਤੇ ਮੇਰਾ ਸਾਥ ਦੇ ਰਹੇ ਨੇ ਸਰਦਾਰ ਜੱਜਵਿੰਦਰ ਸਿੰਘ, ਮੈਨੂੰ ਮਨਦੀਪ ਸਿੰਘ ਨੂੰ ਤੇ
ਸੁਖਦੀਪ ਸਿੰਘ ਸੁੱਖੀ ਨੂੰ ਦਿਓ ਇਜਾਜ਼ਤ। ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।